ਹੈਲੋ ਦੋਸਤੋ, ਐਸਆਰ ਕਲਾਸ ਵਿੱਚ ਤੁਹਾਡਾ ਸਵਾਗਤ ਹੈ। ਕੱਲ ਆਪਾਂ ਸੰਵਿਧਾਨ ਦੇ ਬੇਸਿਕ ਬਾਰੇ ਜਾਣਿਆ ਸੀ ਤੇ ਸੰਵਿਧਾਨ ਕਿਉਂ ਬਣਾਇਆ ਜਾਂਦਾ ਹੈ, ਸੰਵਿਧਾਨ ਕੀ ਹੈ, ਇਹ ਸਭ ਗੱਲਾਂ ਬਾਰੇ ਆਪਾਂ ਕੱਲ ਜਾਣਿਆ ਸੀ। ਤੇ ਨਾਲ ਦੇ ਨਾਲ ਆਪਾਂ ਸੰਵਿਧਾਨ ਸਭਾ ਦੇ ਜੋ ਵੀ ਆਪਣੇ ਐਗਜ਼ਾਮ ਦੇ ਪੁਆਇੰਟ ਆਫ ਵਿਊ ਤੋਂ ਫੈਕਟ ਜ਼ਰੂਰੀ ਸੀ, ਉਹ ਸਾਰੇ ਆਪਾਂ ਸੰਵਿਧਾਨ ਸਭਾ ਬਾਰੇ ਫੈਕਟ ਨੋਟ ਕੀਤੇ ਸੀ। ਅੱਜ ਆਪਾਂ ਉਸ ਤੋਂ ਅੱਗੇ ਪੜਾਂਗੇ ਜੋ ਵੀ ਆਪਣੇ ਦੇਸ਼ ਦੇ ਸੰਵਿਧਾਨ ਨਿਰਮਾਣ ਵਿੱਚ ਜਿੰਨੇ ਵੀ ਦੇਸ਼ਾਂ ਦੇ ਸੰਵਿਧਾਨਾਂ ਦੀ ਆਪਾਂ ਪੜਚੋਲ ਕੀਤੀ ਸੀ ਆਪਣੇ ਸੰਵਿਧਾਨ ਸਭਾ ਦੇ ਮੈਂਬਰਾਂ ਨੇ, ਤੇ ਉਹਨਾਂ ਤੋਂ ਜੋ ਜੋ ਮਟੀਰੀਅਲ ਆਪਾਂ ਪ੍ਰਾਪਤ ਕੀਤਾ ਸੀ, ਜੋ ਜੋ ਸਰੋਤ ਪ੍ਰਾਪਤ ਕੀਤੇ ਸੀ, ਜਿਨ੍ਹਾਂ ਦੀ ਵਰਤੋਂ ਆਪਾਂ ਆਪਣੇ ਸੰਵਿਧਾਨ ਦੇ ਨਿਰਮਾਣ ਵਿੱਚ ਕੀਤੀ, ਸੰਵਿਧਾਨ ਸਭਾ ਦੁਆਰਾ ਕੀਤੀ ਗਈ। ਲਗਭਗ ਆਪਣੇ ਭਾਰਤ ਦੀ ਜੋ ਸੰਵਿਧਾਨ ਸਭਾ ਸੀ ਉਸ ਵਿੱਚ 60 ਦੇਸ਼ਾਂ ਦੇ ਸੰਵਿਧਾਨਾਂ ਦੀ 60 ਦੇਸ਼ਾਂ ਦੇ ਸੰਵਿਧਾਨਾਂ ਦੀ ਪੜਚੋਲ ਕੀਤੀ ਗਈ ਸੀ। ਇਸ ਦਾ ਅਰਥ ਹੈ ਕਿ ਮਤਲਬ ਕਿ 60 ਦੇਸ਼ਾਂ ਦੇ ਸੰਵਿਧਾਨ ਆਪਾਂ ਦੇਖੇ ਸੀਗੇ, ਸੰਵਿਧਾਨ ਸਭਾ ਦੇ ਜਿਹੜੇ ਮੈਂਬਰ ਸੀ ਉਹਨਾਂ ਨੇ ਦੇਖੇ ਸੀ ਤੇ ਉਹਨਾਂ ਨੂੰ ਪੜਚੋਲ ਕਰਨ ਤੋਂ ਬਾਅਦ ਜੋ ਜੋ ਆਪਣੇ ਦੇਸ਼ ਦੇ ਵਿਭਿੰਨਤਾ ਨੂੰ ਤੇ ਵੱਖ-ਵੱਖ ਇੰਨੇ ਧਰਮਾਂ ਦੇ ਹੋਣ, ਜਾਤੀ ਪ੍ਰਥਾ ਇਹ ਉਹ ਨਾ, ਜੋ ਬਹੁਤ ਜ਼ਿਆਦਾ ਆਪਣੀ ਵਿਭਿੰਨਤਾ ਹੈ ਆਪਣੇ ਦੇਸ਼ 'ਚ, ਉਹਨਾਂ ਨੂੰ ਦੇਖਦੇ ਹੋਏ ਜੋ ਆਪਣੇ ਦੇਸ਼ ਦੇ ਲਈ ਇੰਪੋਰਟੈਂਟ ਸੀ ਉਹਨਾਂ ਫੈਕਟਸ ਨੂੰ, ਉਹਨਾਂ ਪੁਆਇੰਟਸ ਨੂੰ ਆਪਣੇ ਸੰਵਿਧਾਨ ਦੇ ਵਿੱਚ ਐਡ ਕੀਤਾ ਗਿਆ ਸੀਗਾ। ਤੇ ਇਸ ਦੇ ਲਈ 60 ਦੇਸ਼ਾਂ ਦੇ ਸੰਵਿਧਾਨਾਂ ਨੂੰ ਦੀ ਪੜਚੋਲ ਕੀਤੀ ਗਈ। ਉਸ ਦੇ ਵਿੱਚੋਂ ਮੋਸਟ ਇੰਪੋਰਟੈਂਟ 7-8 ਦੇਸ਼ ਹੈ ਜਿਨ੍ਹਾਂ ਤੋਂ ਆਪਾਂ ਬਹੁਤ ਸਾਰਾ ਮਟੀਰੀਅਲ ਉਹਨਾਂ ਸੰਵਿਧਾਨ ਤੋਂ ਪ੍ਰਾਪਤ ਕੀਤਾ ਸੀਗਾ। ਉਸ ਤੋਂ ਪਹਿਲਾਂ ਜਿਹੜਾ ਆਪਣੇ ਸੰਵਿਧਾਨ ਨਿਰਮਾਣ ਦੇ ਵਿੱਚ 60% ਲਗਭਗ ਆਪਣੇ ਦੇਸ਼ ਵਿੱਚ ਦੇ ਸੰਵਿਧਾਨ ਵਿੱਚ 60% ਜੋ ਡਾਟਾ ਹੈ, 60% ਆਪਾਂ ਕੀਤਾ ਸੀ ਯੂਜ਼ ਆਪਣੇ ਤਾਂ ਐਕਟ ਆਇਆ ਸੀ ਭਾਰਤ ਸਰਕਾਰ ਐਕਟ 1935। ਭਾਰਤ ਸਰਕਾਰ ਐਕਟ 1935 ਆਇਆ ਸੀਗਾ। 1935 ਵਿੱਚ ਬ੍ਰਿਟਿਸ਼ ਦੁਆਰਾ ਲਿਆਂਦਾ ਗਿਆ ਸੀਗਾ, ਜਿਸ ਦੀ ਕਿ ਆਪਾਂ ਆਪਣੇ ਸੰਵਿਧਾਨ ਦੇ ਵਿੱਚ ਲਗਭਗ ਇਸ ਨੂੰ 60% ਜਿਹੜਾ ਆਪਣਾ ਸੰਵਿਧਾਨ ਹੈ ਉਹ ਇਸ ਦੇ ਉੱਪਰ ਹੀ, ਇਸ ਦੇ ਵਿੱਚੋਂ ਹੀ ਲਿਆ ਗਿਆ ਹੈ। ਭਾਰਤ ਸਰਕਾਰ ਐਕਟ ਜੋ 1935, ਇਹ ਭਾਰਤ ਸਰਕਾਰ ਐਕਟ ਵੀ ਆਪਣੇ ਦੇਸ਼ ਦੇ ਸਰਕਾਰ ਬਣਾਉਣ ਲਈ, ਸਰਕਾਰ ਦੇਸ਼ ਦਾ ਪ੍ਰਸ਼ਾਸਨ ਚਲਾਉਣ ਲਈ 1935 ਦੇ ਵਿੱਚ ਬ੍ਰਿਟਿਸ਼ ਸਰਕਾਰ ਦੁਆਰਾ ਲਿਆਂਦਾ ਗਿਆ ਸੀਗਾ। ਇਸ ਦੇ ਵੀ ਬਹੁਤ ਸਾਰੇ ਕੁਝ ਮੋਸਟ ਇੰਪੋਰਟੈਂਟ ਫੈਕਟ ਹੈਗੇ ਜਿਹੜੇ ਕਿ ਆਪਣੇ ਪੇਪਰ ਦੇ ਵਿੱਚ ਕਾਫੀ ਵਾਰ ਆਏ ਹੋਏ ਨੇ। ਆਪਾਂ ਸੰਵਿਧਾਨ ਦੇ ਸਰੋਤਾਂ ਨੂੰ ਕਰਨ ਤੋਂ ਪਹਿਲਾਂ ਇਸ ਐਕਟ ਨੂੰ ਪੜਾਂਗੇ ਤੇ ਇਸ ਦੇ ਜੋ ਵੀ ਫੈਕਟ ਆਪਣੇ ਲਈ ਜ਼ਰੂਰੀ ਹੈ ਜਾਂ ਕਨਸੈਪਟ ਜ਼ਰੂਰੀ ਹੈ ਉਹ ਆਪਾਂ ਆਪਣੇ ਨੋਟਸ ਵਿੱਚ ਐਡ ਕਰਾਂਗੇ। ਆਪਾਂ ਸਰੋਤਾਂ ਨੂੰ ਕਰਨ ਤੋਂ ਪਹਿਲਾਂ ਕਰਦੇ ਹਾਂ ਭਾਰਤ ਸਰਕਾਰ ਐਕਟ 1935। ਸਭ ਤੋਂ ਪਹਿਲਾ ਫੈਕਟ ਇਹ ਹੈ ਕਿ ਜੋ ਵੀ 1773 ਦੇ ਵਿੱਚ ਪਹਿਲਾ ਰੈਗੂਲੇਟਿੰਗ ਐਕਟ ਆਇਆ ਸੀ ਜਿਹੜਾ ਕਿ ਬ੍ਰਿਟਿਸ਼ ਸਰਕਾਰ ਦੁਆਰਾ ਲਿਆਂਦਾ ਗਿਆ ਸੀ, ਉਸ ਤੋਂ ਬਾਅਦ ਜਿੰਨੇ ਵੀ ਬ੍ਰਿਟਿਸ਼ ਸਰਕਾਰ ਦੁਆਰਾ ਭਾਰਤ ਦੇਸ਼ ਦੇ ਲਈ ਐਕਟ ਲਿਆਂਦੇ ਗਏ ਸੀ ਉਹਨਾਂ ਦੇ ਵਿੱਚੋਂ ਸਭ ਤੋਂ ਵੱਡਾ ਐਕਟ ਇਹੀ ਸੀਗਾ, ਸਭ ਤੋਂ ਵੱਡਾ ਤੇ ਵਿਸਤ੍ਰਿਤ ਐਕਟ ਸੀ ਜੋ ਉਹ ਸੀਗਾ ਭਾਰਤ ਸਰਕਾਰ ਐਕਟ 1935। ਸਭ ਤੋਂ ਵੱਡਾ ਤੇ ਵਿਸਤ੍ਰਿਤ ਐਕਟ ਸੀ ਜਿਸ ਦੇ ਵਿੱਚ ਕਿ ਇਹ ਇੰਪੋਰਟੈਂਟ। ਇਸ ਤੋਂ ਬਾਅਦ ਇਸ ਦੇ ਵਿੱਚ ਇਸ ਦੇ ਜਿਹੜੇ ਜਿਵੇਂ ਆਪਣੇ ਭਾਰਤੀ ਸੰਵਿਧਾਨ ਦੇ ਐਟ ਟਾਈਮ 25 ਭਾਗ ਹੈ, 395 ਆਰਟੀਕਲ ਹੈ ਤੇ 12 ਅਨੁਸੂਚੀਆਂ, ਉਸੇ ਪ੍ਰਕਾਰ ਇਸ ਦੇ ਵੀ 14 ਭਾਗ ਸੀ। ਇਸ ਐਕਟ ਦੇ 14 ਭਾਗ ਸੀ, 321 ਧਾਰਾ ਸੀ ਜਿਹਨੂੰ ਆਪਾਂ ਆਰਟੀਕਲ ਕਹਿੰਦੇ ਹਾਂ, 321 ਧਾਰਾ ਸੀ ਇਹਦੀਆਂ ਤੇ 10 ਅਨੁਸੂਚੀਆਂ ਸੀ, 10 ਅਨੁਸੂਚੀਆਂ ਸਨ। ਲਗਭਗ ਇਹ ਹੁਣ ਦੇ ਭਾਰਤ ਸੰਵਿਧਾਨ ਦੇ ਬਰਾਬਰ ਹੀ ਸੀਗਾ, ਠੀਕ ਹੈ। ਤਾਂ ਕਿ ਆਪਣੇ ਹੁਣ ਸੰਵਿਧਾਨ ਦੇ ਵਿੱਚ ਬਹੁਤ ਜ਼ਿਆਦਾ ਇਸ ਦਾ ਵੀ ਯੂਜ਼ ਹੋਇਆ ਹੋਇਆ ਹੈ ਤੇ ਬਹੁਤ ਸਾਰੇ ਪ੍ਰਾਵਧਾਨ ਇਹਦੇ ਵਿੱਚੋਂ ਹੀ ਆਪਾਂ ਆਪਣੇ ਸੰਵਿਧਾਨ ਦੇ ਵਿੱਚ ਐਡ ਕੀਤੇ ਹੈ, ਠੀਕ ਹੈ। ਪਰ ਇੱਕ ਖਾਸ ਗੱਲ ਇਹ ਹੈ ਕਿ ਇਹਦੇ ਇੱਕ ਕੁਐਸਚਨ ਆਉਂਦਾ ਹੁੰਦਾ, ਬੇਸਿਕ ਜਿਹਾ ਕੁਐਸਚਨ ਹੀ ਹੈ ਵੈਸੇ ਤਾਂ, ਕਿ ਪ੍ਰਸਤਾਵਨਾ ਜਿਹੜਾ ਇਹ ਹੁਣ ਆਪਣੇ ਭਾਰਤੀ ਸੰਵਿਧਾਨ ਦਾ ਪ੍ਰਸਤਾਵਨਾ ਹੈ ਨਾ, ਜੋ ਆਪਾਂ ਅਗਲੇ ਟੌਪਿਕ 'ਚ ਪੜਾਂਗੇ, ਇਸ ਤੋਂ ਅਗਲੀ ਕਲਾਸ 'ਚ ਪ੍ਰਸਤਾਵਨਾ ਪੜ੍ਹਾਂਗੇ। ਇਸ ਭਾਰਤੀ ਸਰਕਾਰ ਐਕਟ 1935 ਦੀ ਪ੍ਰਸਤਾਵਨਾ ਖੁਦ ਦੀ ਕੋਈ ਪ੍ਰਸਤਾਵਨਾ ਨਹੀਂ ਸੀ। ਪ੍ਰਸਤਾਵਨਾ ਇਸ ਦੀ ਪ੍ਰਸਤਾਵਨਾ ਨਹੀਂ ਸੀ।
ਭਾਰਤ ਸਰਕਾਰ ਐਕਟ 1935 ਦੀ ਪ੍ਰਸਤਾਵਨਾ ਨਹੀਂ ਸੀ, ਬਲਕਿ ਇਸ ਨੇ ਜੋ ਆਪਣਾ 1919 ਵਿੱਚ ਮੈਟੈਂਗਿਓ ਟਰਾਂਸਪੋਰਟ ਐਕਟ ਆਇਆ ਸੀ 1919 ਵਿੱਚ 1919 ਦਾ ਜਿਹੜਾ ਐਕਟ ਸੀ ਮੈਟੈਂਗਿਓ ਟਰਾਂਸਪੋਰਟ ਐਕਟ ਸੀਗਾ, ਉਸ ਦੀ ਜੋ ਪ੍ਰਸਤਾਵਨਾ ਸੀ ਉਸੇ ਪ੍ਰਸਤਾਵਨਾ ਨੇ ਹੀ ਇਸ ਐਕਟ ਦੇ ਵਿੱਚ ਯੂਜ਼ ਕੀਤਾ ਗਿਆ ਸੀਗਾ। ਬਲਕਿ ਕਹਿਣ ਦੀ ਗੱਲ ਇਹ ਹੈ ਕਿ ਭਾਰਤ ਸਰਕਾਰ ਐਕਟ 1935 ਦੀ ਖੁਦ ਦੀ ਪ੍ਰਸਤਾਵਨਾ ਨਹੀਂ ਸੀ। ਕਈ ਵਾਰੀ ਸਟੇਟਮੈਂਟ ਦਾ ਕੁਐਸਚਨ ਹੁੰਦਾ ਹੈ ਮਾਸਟਰ ਕੈਡਰ ਦੇ ਵਿੱਚ, ਤਾਂ ਇਹ ਯਾਦ ਰੱਖਣਾ ਹੈ ਕਿ ਇਸ ਦੀ ਖੁਦ ਦੀ ਕੋਈ ਵੀ ਪ੍ਰਸਤਾਵਨਾ ਨਹੀਂ ਸੀ, ਬਲਕਿ ਇਸ ਨੇ 1919 ਦੇ ਮੈਟੈਂਗਿਓ ਟਰਾਂਸਪੋਰਟ ਐਕਟ 1919 ਨੂੰ ਦੀ ਜਿਹੜੀ ਪ੍ਰਸਤਾਵਨਾ ਸੀ ਉਸ ਨੂੰ ਯੂਜ਼ ਕੀਤਾ ਗਿਆ ਸੀਗਾ ਇਸ ਦੇ ਵਿੱਚ। ਠੀਕ ਹੈ, ਤੇ ਇਸ ਦੇ ਵਿੱਚ ਪ੍ਰਾਵਧਾਨ ਕੀ ਕੀਤੇ ਗਏ ਸੀਗੇ, ਜਿਵੇਂ ਹੁਣ ਆਪਣੇ ਸੰਵਿਧਾਨ ਦੇ ਵਿੱਚ ਪ੍ਰਸਤਾਵਨਾ ਪਤਾ ਲੱਗਾ ਕੀ ਹੁੰਦਾ। ਚਲੋ ਪ੍ਰਸਤਾਵਨਾ ਆਪਾਂ ਅਗਲੇ ਟੌਪਿਕ 'ਚ ਕਰਾਂਗੇ, ਵਿਸਤਾਰ ਨਾਲ ਕਰਾਂਗੇ। ਜੇ ਤੂੰ ਬੇਸਿਕ ਜੇ ਜਾਣਨਾ ਤਾਂ ਪ੍ਰਸਤਾਵਨਾ ਕਿਸੇ ਵੀ ਕਿਤਾਬ ਦੇ ਵਿੱਚ ਕਿਸੇ ਵੀ ਜਿਵੇਂ ਆਪਣੇ ਸੰਵਿਧਾਨ ਦੀ ਪ੍ਰਸਤਾਵਨਾ ਹੈ ਉਸ ਦੇ ਵਿੱਚ ਸੰਵਿਧਾਨ ਦੀ ਜਿਹੜੇ 395 ਆਰਟੀਕਲ ਐਡੀ ਮੋਟੀ ਕਿਤਾਬ ਹੈ ਸੰਵਿਧਾਨ, ਜਿਹੜਾ ਭਾਰਤ ਦਾ ਸੰਵਿਧਾਨ ਹੈ ਉਸ ਦੀ ਜਿਹੜਾ ਮੋਟੀ ਸਾਰ ਹੈ ਜਿਹੜਾ ਉਹ ਪ੍ਰਸਤਾਵਨਾ ਦੇ ਵਿੱਚ ਐਡ ਕੀਤਾ ਜਾਂਦਾ ਹੈ। ਪ੍ਰਸਤਾਵਨਾ ਤੋਂ ਸਾਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਜਿਹੜੀ ਇਹ ਕਿਤਾਬ ਹੈ ਇਸ ਦੇ ਵਿੱਚ ਕੀ ਦਿੱਤਾ ਗਿਆ, ਉਸ ਨੂੰ ਬਣਾਉਣ ਵਾਲੇ ਦਾ ਮੋਟਿਵ ਕੀ ਹੈ ਤੇ ਉਹ ਇਸ ਦੇ ਵਿੱਚ ਪ੍ਰਾਵਧਾਨ ਕੀ ਕੀਤੇ ਗਏ। ਉਹ ਆਪਾਂ ਨੂੰ ਸਮਰੀ, ਇੱਕ ਸਮਰੀ ਟਾਈਪ ਹੁੰਦੀ ਹੈ ਪ੍ਰਸਤਾਵਨਾ, ਇੱਕ ਸਮਰੀ ਹੁੰਦੀ ਹੈ, ਸਾਰ ਹੁੰਦੀ ਹੈ, ਜਿਸ ਤੋਂ ਕਿ ਆਪਾਂ ਨੂੰ ਕਿਤਾਬ ਦੇ ਬਾਰੇ ਪਤਾ ਲੱਗ ਜਾਂਦਾ ਜੋ ਵੀ ਕਿਤਾਬ ਹੋਵੇ ਕਿ ਉਸ ਦੇ ਅੱਗੇ ਕੀ ਹੈ। ਜਿਵੇਂ ਕਿ ਇਹ ਕਿਤਾਬ ਹੈ ਆਪਣੇ ਕੋਲ ਭਾਰਤ ਦੇ ਅਸਤਰ ਲక్ష్ਮੀਕਾਂਤ ਕਿਤਾਬ, ਇਸ ਦੇ ਵਿੱਚ ਦੇਖੋ ਇਹ ਲਿਖਾ ਹੋਇਆ 7ਵੇਂ ਸੰਸਕਰਨ की प्रस्तावना, मतलब कि ਇਸ ਕਿਤਾਬ ਦਾ 7ਵਾਂ ਸੰਸਕਰਨ ਹੈ ਤੇ ਇਹ ਇਸ ਦੀ ਪ੍ਰਸਤਾਵਨਾ ਹੈ। ਇਸ ਦੇ ਵਿੱਚ 1.5 ਪੇਜ ਲਗਭਗ। ਇਸ ਦੇ ਵਿੱਚ ਇਸ ਪੇਜ ਨੂੰ ਪੜ੍ਹਨ ਤੋਂ ਬਾਅਦ ਪਤਾ ਲੱਗ ਜਾਊਗਾ ਕਿ ਇਸ ਕਿਤਾਬ ਦੇ ਵਿੱਚ ਅਸਲ 'ਚ ਰਾਈਟਰ ਕਹਿਣਾ ਕੀ ਚਾਹੁੰਦਾ, ਲక్ష్ਮੀਕਾਂਤ ਜੀ ਕਹਿਣਾ ਉਸੇ ਪ੍ਰਕਾਰ ਹੀ ਸੰਵਿਧਾਨ ਦੀ ਪ੍ਰਸਤਾਵਨਾ ਹੁੰਦੀ ਹੈ। ਪ੍ਰਸਤਾਵਨਾ ਦੇ ਵਿੱਚ ਸੰਵਿਧਾਨ ਦਾ ਪੂਰਾ ਸਿਰਲੇਖ ਦਿੱਤਾ ਗਿਆ ਵੀ ਇਸ ਸੰਵਿਧਾਨ ਦੇ ਵਿੱਚ ਕੀ ਹੋਵੇਗਾ ਤੇ ਆਪਣੇ ਜਿਹੜਾ ਆਪਣੇ ਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾ ਉਸ ਵਿੱਚ ਆਪਾਂ ਨੂੰ ਉਸ ਨੂੰ ਪੜ੍ਹਨ ਤੋਂ ਬਾਅਦ ਜਿਹੜੇ ਸੰਵਿਧਾਨ ਸਭਾ ਦੇ ਮੈਂਬਰ ਸੀ ਉਹਨਾਂ ਦੇ ਮਾਈਂਡ ਵਿੱਚ ਕੀ ਐਸਪੈਕਸ਼ਨ ਸੀਗੀਆਂ, ਕੀ ਉਹ ਚਾਹੁੰਦੇ ਸੀ, ਕਿਸ ਤਰ੍ਹਾਂ ਸੰਵਿਧਾਨ ਨਿਰਮਾਣ ਕਰਨਾ ਚਾਹੁੰਦੇ ਸੀ ਜਾਂ ਕਿਸ ਤਰ੍ਹਾਂ ਦਾ ਦੇਸ਼ ਚਾਹੁੰਦੇ ਸੀ, ਉਸ ਦਾ ਪਤਾ ਆਪਾਂ ਨੂੰ ਪ੍ਰਸਤਾਵਨਾ ਤੋਂ ਲੱਗਦਾ ਹੈ। ਕਿਉਂਕਿ ਉਸ ਦੇ ਵਿੱਚ ਵਰਡ ਐਡ ਹੈਗੇ ਆ ਧਰਮ ਨਿਰਪੱਖਤਾ, ਭਾਈਚਾਰਾ ਨਾ, ਜੋ ਵੀ ਸਮਾਨਤਾ, ਉਸ ਦਾ ਪਤਾ ਲੱਗਦਾ ਕਿ ਦੇਸ਼ ਅਸਲ ਵਿੱਚ ਸੰਵਿਧਾਨ ਨਿਰਮਾਤਾ ਚਾਹੁੰਦੇ ਕੀ ਸੀ। ਉਸੇ ਪ੍ਰਕਾਰ ਦੀ ਪ੍ਰਸਤਾਵਨਾ ਹੁੰਦੀ ਜਿਹੜੀ ਉਹ ਕਿਸੇ ਵੀ ਐਕਟ ਉਸ ਦਾ ਮੋਟੀ ਸਾਰ ਹੁੰਦੀ ਹੈ। ਠੀਕ ਹੈ ਜੀ, ਇਸ ਦੀ ਭਾਰਤ ਸਰਕਾਰ ਐਕਟ 1935 ਦੀ ਖੁਦ ਦੀ ਪ੍ਰਸਤਾਵਨਾ ਨਹੀਂ ਸੀ, ਬਲਕਿ 1919 ਦੇ ਐਕਟ ਦੀ ਪ੍ਰਸਤਾਵਨਾ ਨੂੰ ਇਸ ਨੇ ਯੂਜ਼ ਕੀਤਾ ਸੀਗਾ। ਠੀਕ ਹੈ ਜੀ, ਇਸ ਵਿੱਚ 3 ਸੂਚੀਆਂ ਦਾ ਨਿਰਮਾਣ ਕੀਤਾ ਗਿਆ ਸੀਗਾ। ਕੇਂਦਰ ਤੇ ਜਿਹੜੀਆਂ ਇਸ ਦੀ ਇਕਾਈਆਂ ਸੀਗੀਆਂ, ਇਕਾਈਆਂ ਮਤਲਬ ਕਿ ਜਿਵੇਂ ਅੱਜ ਦੇ ਆਪਣੇ ਸਟੇਟ ਹੋ ਗਏ, ਕੇਂਦਰ ਤੇ ਇਕਾਈਆਂ ਵਿੱਚ ਕੰਮਾਂ ਦੀ ਵੰਡ ਲਈ ਵੰਡ ਕੀਤੀ ਗਈ ਸੀ। ਕੰਮਾਂ ਦੀ ਵੰਡ ਕੀਤੀ ਗਈ ਸੀ। 3 ਅਨੁਸੂਚੀਆਂ, ਜਿਵੇਂ ਹੁਣ ਵੀ ਆਪਣੇ ਸੰਵਿਧਾਨ 'ਚ 3 ਅਨੁਸੂਚੀ ਕਹਿ ਰਹੇ 3 ਲਿਸਟਾਂ ਹੈ, 3 ਸੂਚੀਆਂ ਜਿਨ੍ਹਾਂ ਦੇ ਆਧਾਰ ਤੇ ਪਹਿਲੀ ਸੀਗੀ ਕੇਂਦਰੀ ਸੂਚੀ ਜਾਂ ਜਿਹਨੂੰ ਕਹਿੰਦੇ ਸੰਘ ਸੂਚੀ। ਪਹਿਲੀ ਸੀ ਸੰਘ ਸੂਚੀ, ਜਿਸ ਦੇ ਵਿੱਚ ਕਿ ਇਹ ਕਈ ਵਾਰੀ ਫੈਕਚੁਅਲ ਕੁਐਸਚਨ ਆ ਜਾਂਦਾ, ਜਿਸ ਦੇ ਵਿੱਚ ਕਿ 59 ਵਿਸ਼ੇ ਸੀਗੇ। ਭਾਰਤ ਸਰਕਾਰ ਐਕਟ 1935 ਦੇ ਵਿੱਚ ਕੇਂਦਰ ਤੇ ਉਸ ਦੀਆਂ ਇਕਾਈਆਂ ਵਿੱਚ ਕੰਮਾਂ ਦੀ ਵੰਡ ਕੀਤੀ ਗਈ ਸੀ। 3 ਲਿਸਟਾਂ ਦੇ ਵਿੱਚ ਕੀਤੀ ਗਈ ਸੀ। ਪਹਿਲੀ ਜਿਹੜੀ ਸੂਚੀ ਸੀਗੀ ਉਹ ਸੀਗੀ ਸੰਘ ਸੂਚੀ, ਜਿਸ ਦੇ ਵਿੱਚ ਕਿ 59 ਵਿਸ਼ੇ ਸੀਗੇ। ਦੂਸਰੀ ਸੀਗੀ ਰਾਜ ਸੂਚੀ। ਜਿਵੇਂ ਹੁਣ ਆਪਣੇ ਭਾਰਤੀ ਸੰਵਿਧਾਨ ਦੀ 246 ਆਰਟੀਕਲ 'ਚ ਦੇ ਸਬ ਪਲੱਸ 1 2 3 ਦੇ ਵਿੱਚ ਵੀ ਸੂਚੀਆਂ ਵੰਡੀਆਂ ਗਈਆਂ, ਜਿਨ੍ਹਾਂ 'ਚ ਕਿ ਕੇਂਦਰ ਤੇ ਜਿਹੜੇ ਸਟੇਟ ਆ ਉਹਨਾਂ 'ਚ ਕੰਮਾਂ ਦੀ ਵੰਡ ਗਈ। ਉਸੇ ਪ੍ਰਕਾਰ ਹੀ ਇਹ ਵੀ ਸੀਗਾ ਕਿ ਕੰਮਾਂ ਦੀ ਵੰਡ ਕੀਤੀ ਗਈ ਸੀ। ਰਾਜ ਸੂਚੀ 'ਚ ਵਿਸ਼ੇ ਸੀਗੇ ਜਿਹਨਾਂ ਨੇ ਸ਼ਾਮਲ ਕੀਤੇ ਸੀਗੇ 54 ਵਿਸ਼ੇ ਜੀ। ਰਾਜ ਸੂਚੀ ਦੇ ਵਿੱਚ 54 ਵਿਸ਼ੇ ਸ਼ਾਮਲ ਕੀਤੇ ਗਏ ਸੀ ਤੇ ਇੱਕ ਸੀਗੀ ਸਮਵਰਤੀ ਸੂਚੀ, ਬਿਲਕੁਲ ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਆਪਣੇ ਹੁਣ ਸੰਵਿਧਾਨ ਦੇ ਵਿੱਚ ਸਮਵਰਤੀ ਸੂਚੀ। ਸੰਘ ਸੂਚੀ ਸਿਰਫ ਸੰਘ ਬਣਾ ਸਕਦਾ, ਕੇਂਦਰ ਕਾਨੂੰਨ ਬਣਾਉਗੀ। ਕੁਝ ਵਿਸ਼ੇ 59 ਵਿਸ਼ੇ ਸੀਗੇ ਜਿਨ੍ਹਾਂ ਸਿਰਫ ਸੰਘ ਕੇਂਦਰ ਕਾਨੂੰਨ ਬਣਾਵੇਗੀ। 54 ਵਿਸ਼ੇ ਅਜਿਹੇ ਸੀ ਜਿਨ੍ਹਾਂ ਸਿਰਫ ਰਾਜ ਹੀ ਕਾਨੂੰਨ ਬਣਾਵੇਗਾ, ਸਟੇਟ ਹੀ ਕਾਨੂੰਨ ਬਣਾਵੇਗਾ। ਤੇ ਸਮਵਰਤੀ ਸੂਚੀ ਇਹੋ ਜਿਹੇ ਵਿਸ਼ੇ ਸ਼ਾਮਲ ਕੀਤੇ ਜਿਨ੍ਹਾਂ ਤੇ ਕੇਂਦਰ ਵੀ ਰੂਲ ਬਣਾ ਸਕਦਾ ਤੇ ਰਾਜ ਵੀ ਕਾਨੂੰਨ ਬਣਾ ਸਕਦਾ। ਇਸ ਦੇ ਵਿੱਚ ਸੀਗੇ 36 ਵਿਸ਼ੇ ਸ਼ਾਮਲ ਕੀਤੇ ਗਏ। 36 ਵਿਸ਼ੇ ਸ਼ਾਮਲ ਕੀਤੇ ਗਏ ਸੀਗੇ। ਠੀਕ ਹੈ ਜੀ, ਇਹ ਕੁਐਸਚਨ ਵੀ ਆ ਜਾਂਦਾ ਕਿੰਨੇ ਵਿਸ਼ੇ ਸੀਗੇ ਸਾਰੇ, ਇਹ ਵੀ ਆਪਾਂ ਐਕਚੁਅਲ ਕੁਐਸਚਨ ਯਾਦ ਰੱਖਣੇ ਹੈਗੇ। ਇਸ ਤੋਂ ਅਗਲਾ ਪ੍ਰੋਵੀਜ਼ਨ ਸੀਗਾ ਜੀ ਇਹਨਾਂ ਦੇ ਇਸ ਦੇ ਐਕਟ ਵਿੱਚ
ਇੱਕ ਇਸ ਦੇ ਵਿੱਚ ਅਖਿਲ ਭਾਰਤੀ ਸੰਘ ਦੀ ਸਥਾਪਨਾ ਕੀਤੀ ਗਈ ਸੀਗੀ। ਇਹ ਤੁਸੀਂ ਬਸ ਐਜ਼ ਅ ਫੈਕਟ ਹੀ ਲਿਖਣਾ ਨਾ, ਅਖਿਲ ਭਾਰਤੀ ਸੰਘ ਦੀ ਸਥਾਪਨਾ ਕੀਤੀ ਗਈ ਸੀ। ਅਖਿਲ ਭਾਰਤੀ ਸੰਘ ਦੀ ਮਤਲਬ ਕਿ ਅਖਿਲ ਭਾਰਤੀ ਸੰਘ ਦੀ, ਜੋ ਕਿ ਪਹਿਲਾਂ ਬ੍ਰਿਟਿਸ਼ ਪ੍ਰਾਂਤ ਸੀਗੇ ਉਹ ਬ੍ਰਿਟਿਸ਼ ਰੂਲਸ ਦੇ ਮੁਤਾਬਕ ਕੰਮ ਕਰ ਰਹੇ ਸੀਗੇ। ਜੋ ਦੇਸੀ ਰਿਆਸਤਾਂ ਸੀਗੀਆਂ ਉਹ ਦੇਸੀ ਰਿਆਸਤ ਆਪਣੇ ਰਾਜੇ ਰਜਵਾੜੇ ਸੀਗੇ ਜੋ ਆਪਣੇ ਮੁਤਾਬਕ ਕਾਰਜਕ੍ਰਮ ਚਲਾ ਰਹੇ ਸੀਗੇ, ਆਪਣਾ ਕਾਰਜ ਜਾਂ ਪ੍ਰਸ਼ਾਸਨ ਚਲਾ ਰਹੇ ਸੀਗੇ। ਪਰ ਇਸ ਦੇ ਵਿੱਚ 1935 ਦੇ ਐਕਟ ਵਿੱਚ ਅਖਿਲ ਭਾਰਤੀ ਸੰਘ ਮਤਲਬ ਕਿ ਸਾਰੇ ਭਾਰਤ ਨੂੰ ਇਕੱਠਾ ਕਰਕੇ ਇੱਕੋ ਪ੍ਰਸ਼ਾਸਨ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਪਰ ਇਸ ਵਿੱਚ ਜਿਹੜੇ ਸੀਗੇ ਆਪਣੇ ਦੇਸੀ ਰਿਆਸਤਾਂ ਦੇ ਰਾਜੇ ਰਜਵਾੜੇ ਸੀ ਉਹਨਾਂ ਨੇ ਇਸ ਵਿੱਚ ਸ਼ਾਮਲ ਹੋਣਾ ਜ਼ਰੂਰੀ ਸਮਝਿਆ, ਇਸ ਲਈ ਪ੍ਰੋਵੀਜ਼ਨ ਹੀ ਰਹਿ ਗਿਆ, ਲਾਗੂ ਨਹੀਂ ਹੋਇਆ ਸੀ ਕਦੇ ਵੀ। ਠੀਕ ਹੈ ਜੀ। ਇੱਕ ਹੋਰ ਹੁੰਦਾ ਇਸ ਵਿੱਚ ਵੀ ਪ੍ਰਾਂਤਾਂ ਦੇ ਵਿੱਚ ਜਿਹੜੀ ਦੋਹਰੀ ਸ਼ਾਸਨ ਪ੍ਰਣਾਲੀ ਲਾਗੂ ਕੀਤੀ ਗਈ ਸੀ। ਭਾਰਤ ਸਰਕਾਰ ਐਕਟ 1935 ਦੇ ਐਕਟ ਦੇ ਦੌਰਾਨ ਪ੍ਰਾਂਤਾਂ ਵਿੱਚ ਦੋਹਰੀ ਸ਼ਾਸਨ ਪ੍ਰਣਾਲੀ ਲਾਗੂ ਕੀਤੀ ਗਈ। ਦੋਹਰੀ ਸ਼ਾਸਨ ਪ੍ਰਣਾਲੀ ਲਾਗੂ ਕੀਤੀ ਗਈ ਸੀ। ਪਹਿਲਾਂ ਇਹ ਕੇਂਦਰ ਦੇ ਵਿੱਚ ਹੁੰਦੀ ਸੀ, ਕੇਂਦਰ ਤੋਂ ਹਟਾ ਦਿੱਤੀ ਗਈ ਸੀਗੀ ਤੇ ਪ੍ਰਾਂਤਾਂ ਦੇ ਵਿੱਚ ਇਸ ਨੂੰ ਲਾਗੂ ਕਰ ਦਿੱਤਾ ਗਿਆ ਸੀ। ਕਿਸ ਨੂੰ? ਦੋਹਰੀ ਸ਼ਾਸਨ ਪ੍ਰਣਾਲੀ ਨੂੰ। ਦੋਹਰੀ ਸ਼ਾਸਨ ਪ੍ਰਣਾਲੀ ਦਾ ਮਤਲਬ ਹੁੰਦਾ ਕਿ ਦੋਹਰਾ ਸ਼ਾਸਨ, ਮਤਲਬ ਕਿ ਦੋ ਤਰਫਾ ਸ਼ਾਸਨ, ਦੋ ਪਾਸਿਆਂ ਤੋਂ ਜੋ ਸ਼ਾਸਨ ਹੁੰਦਾ, ਮਤਲਬ ਕਿ ਇਸ ਵਿੱਚ ਜਿਹੜਾ ਵਾਇਸਰਾਏ ਸੀ ਉਹ ਵੀ ਸ਼ਾਸਨ ਕਰ ਰਿਹਾ ਸੀ ਤੇ ਦੂਸਰੇ ਸਟੇਟ ਦੇ ਤੌਰ ਤੇ ਵੀ ਸ਼ਾਸਨ ਹੋ ਰਿਹਾ ਸੀਗਾ ਇਸ ਦੇ ਵਿੱਚ। ਠੀਕ ਹੈ ਜੀ। ਫਿਰ 1937 ਇਸ ਐਕਟ ਦੇ ਵਿੱਚ ਫੈਡਰਲ ਕੋਰਟ ਦੀ ਗੱਲ ਕੀਤੀ ਗਈ ਸੀ। ਫੈਡਰਲ ਕੋਰਟ ਦੀ ਜਿਹੜੀ ਕਿ 1937 ਵਿੱਚ ਸਥਾਪਿਤ ਕੀਤੀ ਗਈ। 1937 ਦੇ ਵਿੱਚ ਫੈਡਰਲ ਕੋਰਟ ਦੀ ਸਥਾਪਨਾ ਕੀਤੀ ਗਈ। ਫੈਡਰਲ ਕੋਰਟ ਦੀ ਸਥਾਪਨਾ ਕੀਤੀ ਗਈ ਸੀ। ਫੈਡਰਲ ਕੋਰਟ ਮਤਲਬ ਕਿ ਜਿਵੇਂ ਆਪਣੇ ਹੁਣ ਸੁਪਰੀਮ ਕੋਰਟ ਹੁੰਦੀ ਹੈ, ਸਰਵਉੱਚ ਕੋਰਟ ਹੈ, ਉਸ ਤਰ੍ਹਾਂ ਇਹ ਫੈਡਰਲ ਕੋਰਟ ਮਤਲਬ ਅਧੀਨਸਥ ਹੁੰਦੀ ਹੈ। ਇਹ ਫੈਡਰਲ ਮਤਲਬ ਇਹ ਸਰਵਉੱਚ ਨਹੀਂ ਹੁੰਦੀ, ਕਿਉਂਕਿ ਇਹ ਫੈਡਰਲ ਇਸ ਲਈ ਸੀਗੀ ਕਿਉਂਕਿ ਇਸ ਦੀ ਅਪੀਲ ਜਿਹੜੀ ਹੁੰਦੀ ਸੀਗੀ ਇਸ ਦੇ, ਜੇ ਇਸ ਦੇ ਕੋਈ ਨਿਆਂ ਦੇ ਖਿਲਾਫ ਅਪੀਲ ਕਰਨੀ ਹੋਵੇ ਤਾਂ ਉਹ ਸਿੱਧੀ ਜਾ ਕੇ ਕਿੱਥੇ ਹੁੰਦੀ ਸੀਗੀ? ਬ੍ਰਿਟਿਸ਼ ਨਿਆਂਲय ਵਿੱਚ ਹੁੰਦੀ ਸੀਗੀ। ਬ੍ਰਿਟਿਸ਼ ਅਦਾਲਤ ਦੇ ਵਿੱਚ ਹੁੰਦੀ ਸੀ, ਜਾਂ ਨਿਆਂਲय ਕਹਿ ਲਓ, ਬ੍ਰਿਟਿਸ਼ ਅਦਾਲਤ ਦੇ ਵਿੱਚ ਹੁੰਦੀ ਸੀਗੀ। ਇਸ ਲਈ ਇਸ ਨੂੰ ਫੈਡਰਲ ਕੋਰਟ ਕਿਹਾ ਗਿਆ ਸੀਗਾ। ਤੇ ਇਸ ਦੇ ਪਹਿਲੇ ਸੀਜੀਆਈ ਸੀਗੇ, ਜਿਹੜੇ ਪਹਿਲੇ ਸੀਜੀਆਈ ਕੌਣ ਸੀਗੇ? ਮੌਰਿਸ ਗਵੇਅਰ। ਇਹਦੇ ਪਹਿਲੇ ਸੀਜੀਆਈ ਸੀਗੇ। 1937 ਫੈਡਰਲ ਕੋਰਟ ਦੀ ਸਥਾਪਨਾ ਕੀਤੀ ਗਈ। ਅਪੀਲ ਕਿਉਂ ਫੈਡਰਲ ਕੋਰਟ ਕਿਉਂ ਕਹਿੰਦਾ? ਕਿਉਂਕਿ ਇਸ ਦੀ ਅਪੀਲ ਬ੍ਰਿਟਿਸ਼ ਅਦਾਲਤ ਵਿੱਚ ਹੁੰਦੀ ਸੀਗੀ, ਭਾਰਤੀ ਕਿਸੇ ਅਦਾਲਤ ਵਿੱਚ ਹੁੰਦੀ ਸੀ। ਠੀਕ ਹੈ। ਤੇ ਇਸ ਦੇ ਸੀਜੀਆਈ ਦਾ ਨਾਮ ਪਹਿਲੇ ਸੀਜੀਆਈ ਸੀਗੇ ਫਸਟ ਮੌਰਿਸ ਗਵੇਅਰ ਜੀ ਸੀਗੇ, ਇਸ ਦੇ ਪਹਿਲੇ ਜਿਹੜੇ ਸੀਜੀਆਈ ਸੀਗੇ। ਠੀਕ ਹੈ ਜੀ। ਇਸ ਤੋਂ ਬਾਅਦ ਇਸ ਐਕਟ ਦੇ ਮੁਤਾਬਕ ਹੀ ਆਪਣੇ ਸਿੰਧ ਨੂੰ ਬੰਬਈ ਨਾਲ ਅਲੱਗ ਕੀਤਾ ਗਿਆ ਸੀ। ਬੰਬਈ ਤੋਂ ਅਲੱਗ ਕਰ ਦਿੱਤਾ ਗਿਆ, ਤੇ ਸੈਕਿੰਡ ਬਿਹਾਰ ਨੂੰ ਉੜੀਸਾ ਤੋਂ ਅਲੱਗ ਕੀਤਾ ਗਿਆ। ਬਿਹਾਰ ਨੂੰ ਉੜੀਸਾ ਤੋਂ ਅਲੱਗ ਕੀਤਾ। ਐਕਚੁਅਲ ਡਾਟਾ ਜੀ ਆ ਜਾਂਦਾ ਕਈ ਵਾਰੀ ਕੁਐਸਚਨ ਦੇ ਰੂਪ ਵਿੱਚ, ਨੋਟ ਕਰ ਲਿਓ। ਇਸ ਐਕਟ ਦੇ ਤਹਿਤ ਹੀ ਆਪਣੇ ਜਿਹੜਾ ਰਿਜ਼ਰਵ ਬੈਂਕ ਆਫ ਇੰਡੀਆ ਆਪਣੇ ਜਿਹੜਾ ਮੁਦਰਾ ਤੇ ਉਸ ਨੂੰ ਉਹ ਕਰਨ ਲਈ, ਆਰਗੇਨਾਈਜ਼ ਕਰਨ ਲਈ ਰਿਜ਼ਰਵ ਬੈਂਕ ਆਫ ਇੰਡੀਆ ਦੀ ਸਥਾਪਨਾ ਕੀਤੀ ਗਈ। 1935 ਐਕਟ ਅਨੁਸਾਰ ਹੀ ਇਸ ਦੇ ਵਿੱਚ ਹੀ ਪ੍ਰੋਵੀਜ਼ਨ ਸੀਗਾ। ਬਾਅਦ ਚ ਇਹਦਾ ਰਿਜ਼ਰਵ ਬੈਂਕ ਆਫ ਇੰਡੀਆ ਦਾ ਅਲੱਗ ਤੋਂ ਐਕਟ ਆਇਆ ਸੀਗਾ। ਇਹਦੇ ਤਹਿਤ ਰਿਜ਼ਰਵ ਬੈਂਕ ਆਫ ਇੰਡੀਆ ਦੀ ਸਥਾਪਨਾ ਦੀ ਗੱਲ ਕੀਤੀ ਗਈ। ਰਿਜ਼ਰਵ ਬੈਂਕ ਆਫ ਇੰਡੀਆ ਦੀ ਸਥਾਪਨਾ ਦੀ ਗੱਲ ਕੀਤੀ ਗਈ ਸੀ 1935 ਦੇ ਐਕਟ ਵਿੱਚ ਹੀ। ਤੇ ਇਸੇ ਦੇ ਵਿੱਚ ਹੀ ਜਿਹੜਾ ਆਪਣੇ 1909 ਤੋਂ ਸ਼ੁਰੂ ਹੋਇਆ ਸੀਗਾ, ਆਪਣੇ ਅਲੱਗ ਤੋਂ ਸੰਪਰਦਾਇਕ ਤੌਰ ਤੇ ਚੋਣਾਂ ਹੁੰਦੀਆਂ ਸੀਗੀਆਂ। ਹਿੰਦੂ ਸਿੱਖਾਂ ਨੂੰ ਅਲੱਗ ਤੋਂ ਰਿਜ਼ਰਵੇਸ਼ਨ ਦਿੱਤੀ ਗਈ ਤੇ ਸਿੱਖਾਂ ਨੂੰ ਸਿੱਖ ਹੀ ਚੁਣਨਗੇ, ਮੁਸਲਮਾਨਾਂ ਦੀ ਸੀਟਾਂ ਰਿਜ਼ਰਵ ਕੀਤੀਆਂ ਗਈਆਂ, ਮੁਸਲਮਾਨਾਂ ਨੂੰ ਮੁਸਲਮਾਨ ਹੀ ਚੁਣਨਗੇ। ਉਸੇ ਤਰ੍ਹਾਂ ਇਸ ਦੇ ਜਿਹੜੀ ਸੰਪਰਦਾਇਕ ਚੋਣਾਂ ਦੇ ਵਿੱਚ ਵਾਧਾ ਕੀਤਾ ਗਿਆ ਇਸ ਐਕਟ ਦੇ ਤਹਿਤ। ਇਸ ਦੇ ਵਿੱਚ ਕੀ ਕੀਤਾ ਗਿਆ? ਔਰਤਾਂ ਲਈ, ਅਨੁਸੂਚਿਤ ਜਾਤੀਆਂ ਲਈ, ਅਨੁਸੂਚਿਤ ਜਾਤੀ ਸੀ ਜੋ ਉਸ ਸਮੇਂ ਐਸਸੀ ਜਿਹਨੂੰ ਕਹਿੰਦੇ ਆਪਾਂ, ਤੇ ਨਾਲ ਹੀ
ਆਪਣੇ ਜਿਹੜੇ ਮਜ਼ਦੂਰ ਸੀ, ਲੇਬਰ, ਇਹਨਾਂ ਲਈ ਵੀ ਅਲੱਗ ਚੋਣਾਂ ਦਾ ਪ੍ਰਬੰਧ ਕੀਤਾ ਗਿਆ। ਔਰਤਾਂ ਲਈ, ਅਨੁਸੂਚਿਤ ਜਾਤੀਆਂ ਤੇ ਮਜ਼ਦੂਰਾਂ ਲਈ ਅਲੱਗ ਤੋਂ ਚੋਣਾਂ ਦਾ ਉਹ ਕੀਤਾ ਗਿਆ, ਪ੍ਰਾਵਧਾਨ ਕੀਤਾ ਗਿਆ ਸੀਗਾ। ਮਤਲਬ ਕਿ ਪਹਿਲਾਂ ਤਾਂ ਸਿੱਖ ਤੇ ਮੁਸਲਮਾਨਾਂ ਦੀ ਅਲੱਗ ਤੋਂ ਚੋਣਾਂ ਹੋ ਰਹੀਆਂ ਸੀ, ਇਲੈਕਸ਼ਨ ਹੋ ਰਹੇ ਸੀ। ਹੁਣ ਇਹਨਾਂ ਦਾ ਵਧਾ ਕੇ ਉਸਨੂੰ ਔਰਤਾਂ ਦੀ ਅਲੱਗ ਹੋਣ ਲੱਗੀਆਂ, ਅਨੁਸੂਚਿਤ ਜਾਤੀਆਂ ਅਲੱਗ ਹੋਣਗੀਆਂ, ਮਜ਼ਦੂਰਾਂ ਦੀ। ਇਹ ਸਿਰਫ 1935 ਦੇ ਐਕਟ ਦੇ ਪ੍ਰੋਵੀਜ਼ਨ ਸੀ। ਇਹਨਾਂ ਚੋਂ ਜ਼ਰੂਰੀ ਨਹੀਂ ਵੀ ਸਾਰੇ ਲਾਗੂ ਹੀ ਹੋਏ ਹਨ, ਬਹੁਤ ਘੱਟ ਲਾਗੂ ਹੋਏ ਸੀਗੇ। ਇਸੇ ਕਾਰਨ ਹੀ ਇਸ ਦੇ ਵਿੱਚ ਤੇ ਭਾਰਤੀ ਬਹੁਤ ਜ਼ਿਆਦਾ ਖਿਲਾਫ ਸੀ, ਕਾਂਗਰਸ ਵੀ ਖਿਲਾਫ ਸੀ, ਮੁਸਲਿਮ ਲੀਗ ਵੀ ਲਗਭਗ ਖਿਲਾਫ ਹੀ ਸੀਗੀ, ਕਿਉਂਕਿ ਇਸ ਦੇ ਵਿੱਚ ਆ ਜਿਹੜੀ ਸੰਪਰਦਾਇਕ ਵੰਡ ਤੇ ਜਿਹੜੀਆਂ ਅਲੱਗ ਤੋਂ ਇਲੈਕਸ਼ਨ ਹੋ ਰਹੀਆਂ ਸੀ, ਕਿਉਂਕਿ ਔਰਤਾਂ ਨੂੰ ਔਰਤਾਂ ਚੁਣਨਗੀਆਂ, ਸਿੱਖਾਂ ਨੂੰ ਸਿੱਖ ਹੀ ਚੁਣਨਗੇ, ਮੁਸਲਮਾਨ ਨੂੰ ਮੁਸਲਮਾਨ, ਉਸ ਦੇ ਖਿਲਾਫ ਹੋਣ ਕਰਕੇ ਨਹਿਰੂ ਜੀ ਨੇ ਇਸ ਨੂੰ ਕੀ ਕਿਹਾ ਸੀਗਾ, ਬਿਨਾਂ ਇਹ ਕੋਟ ਹੈ ਜੀ, ਨੋਟ ਕਰਿਓ, ਨਹਿਰੂ ਜੀ ਨੇ ਕਿਹਾ ਸੀਗਾ, ਜਵਾਹਰ ਲਾਲ ਨਹਿਰੂ ਨੇ, ਕਿ ਇਹ ਐਕਟ ਬਿਨਾਂ ਇੰਜਨ ਵਾਲੀ ਗੱਡੀ ਹੈ, ਬਿਨਾਂ ਇੰਜਨ ਵਾਲੀ ਗੱਡੀ ਕਿਹਾ ਇਹਨੂੰ, ਬਿਨਾਂ ਇੰਜਨ ਵਾਲੀ ਗੱਡੀ ਹੈ, ਜਿਸ ਦੇ ਬਹੁਤ ਸਾਰੇ ਬ੍ਰੇਕ ਲੱਗੇ ਹੋਏ ਹਨ, ਜਿਸ ਦੇ ਬਹੁਤ ਸਾਰੇ। ਇਹ ਆਪਣੇ UGC ਨੈਟ ਦੇ ਵਿੱਚ ਕੁਐਸਚਨ ਆਇਆ ਵੀ ਇਹ ਕੋਟ ਕਿਹਨੇ ਕਿਹਾ ਸੀਗਾ ਤੇ ਕਿਸ ਐਕਟ ਦੇ ਲਈ ਕਿਹਾ ਸੀ। ਭਾਰਤ ਸਰਕਾਰ ਐਕਟ 1935 ਨੇ ਕਿਹਾ ਸੀਗਾ ਤੇ ਨਹਿਰੂ ਜੀ ਨੇ ਕਿਹਾ ਸੀਗਾ ਬਿਨਾਂ ਇੰਜਨ ਵਾਲੀ ਗੱਡੀ, ਜਿਸ ਦੇ ਕੇ ਬਹੁਤ ਸਾਰੇ ਬ੍ਰੇਕ ਲੱਗੇ ਹੋਏ ਹਨ। ਕਿਉਂਕਿ ਇਹ ਐਕਟ ਕੋਈ ਭਾਵਨਾ ਬ੍ਰਿਟਿਸ਼ ਨੂੰ ਐਵੇਂ ਨਹੀਂ ਸੀਗਾ ਵੀ ਆਪਣੇ ਭਾਰਤੀਆਂ ਦੇ ਚੰਗੇ ਪ੍ਰਸ਼ਾਸਨ, ਉਹਨਾਂ ਨੂੰ ਜਿੱਥੇ ਆਪਦੇ ਲਈ ਲਾਭ ਲੱਗਦਾ ਸੀ ਉੱਥੇ ਉਹ ਐਕਟ ਬਣਾਉਂਦੇ ਸੀਗੇ, ਤੇ ਇਹ ਵੀ ਉਸ ਦੇ ਆਪਣੇ ਮੁਤਾਬਕ ਹੀ ਬਣਾਏ ਸੀ। ਇਸ ਵਿੱਚ ਭਾਰਤੀਆਂ ਦੇ ਲਈ ਕੋਈ ਉਹ ਨਹੀਂ ਸੀਗਾ, ਬਹੁਤ ਸਾਰੇ ਬ੍ਰੇਕ ਲੱਗੇ ਹੋਏ ਹਨ। ਇਹ ਆਇਆ ਸੀ UGC ਨੈਟ 'ਚ ਆਇਆ ਹੋਇਆ, ਨੋਟ ਕਰ ਲਿਓ ਇਹ ਵੀ। ਹੁਣ ਆਪਾਂ ਕਰਦੇ ਹਾਂ ਵੀ ਸਰੋਤ, ਅੱਗੇ ਆਪਾਂ ਕਰਾਂਗੇ ਸਰੋਤ, ਇਹ ਆਪਾਂ ਦੁਬਾਰਾ ਨੋਟ ਕਰ ਲਾਂਗੇ। ਇਸ ਤੋਂ ਅੱਗੇ ਆਪਾਂ ਕਰਾਂਗੇ, ਇਹ ਹੋ ਗਿਆ ਭਾਰਤ ਸਰਕਾਰ ਅਧਿਨਿਯਮ 1935। ਇਸ ਤੋਂ ਅੱਗੇ ਆਪਾਂ ਸਰੋਤ ਕਰਾਂਗੇ ਜਿਹੜੇ ਕਿ ਆਪਣੇ ਸੰਵਿਧਾਨ ਸਭਾ ਦੇ ਮੈਂਬਰਾਂ ਨੇ ਸੰਵਿਧਾਨ ਨਿਰਮਾਣ ਦੇ ਵਿੱਚ ਯੂਜ਼ ਕੀਤੇ ਸੀਗੇ, ਕਿਹੜੇ ਕਿਹੜੇ ਦੇਸ਼ਾਂ ਤੋਂ ਕਿਹੜੇ ਕਿਹੜੇ ਪ੍ਰਾਵਧਾਨ ਲਏ ਸੀਗੇ। ਸਿਰਫ ਇਹ ਫੈਕਟ ਹੈ ਤੇ ਇਹਨਾਂ ਨੂੰ ਐਜ਼ ਇਟ ਰੱਟਾ ਮਾਰ ਪ੍ਰਕਿਰਿਆ ਹੀ ਯਾਦ ਕਰਨਾ, ਹੋਰ ਇਸ ਵਿੱਚ ਕੋਈ ਵੀ ਕਨਸੈਪਟ ਵਾਲੀ ਗੱਲ ਨਹੀਂ ਹੈਗੀ, ਠੀਕ ਹੈ। ਤੇ ਆਪਾਂ ਕਰਦੇ ਹਾਂ ਹੁਣ ਸਰੋਤ। ਸਰੋਤ ਕਿਹੜੇ ਸਰੋਤ ਜਿਹੜੇ ਕਿ ਯੂਜ਼ ਕੀਤੇ ਗਏ ਸੀ ਭਾਰਤੀ ਸੰਵਿਧਾਨ ਦੇ ਨਿਰਮਾਣ 'ਚ। ਪਹਿਲੀ ਗੱਲ ਤਾਂ ਇਹ ਨੋਟ ਕਰੋ ਕਿ 60 ਦੇਸ਼ਾਂ ਦੇ ਸੰਵਿਧਾਨ ਦੀ ਪੜਚੋਲ ਕੀਤੀ ਗਈ ਸੀ। ਇਹ ਵੀ ਕੁਐਸਚਨ ਆ ਜਾਂਦਾ ਆਪਣੇ ਪੰਜਾਬ ਪੁਲਿਸ ਦੇ ਐਗਜ਼ਾਮ 'ਚ ਆਇਆ ਹੋਇਆ, 60 ਦੇਸ਼ਾਂ ਦੇ ਸੰਵਿਧਾਨਾਂ ਦੀ ਪੜਚੋਲ ਕੀਤੀ ਗਈ ਸੀ। ਪੜਚੋਲ ਮਤਲਬ ਕਿ ਦੇਖਿਆ ਗਿਆ ਸੀਗਾ, ਪੜ੍ਹਿਆ ਗਿਆ ਉਹਨਾਂ ਨੂੰ। ਕਿੰਨੇ ਦੇਸ਼? 60 ਦੇਸ਼। 60 ਦੇਸ਼ਾਂ ਦੇ ਸੰਵਿਧਾਨਾਂ ਨੂੰ ਪੜ੍ਹਿਆ ਗਿਆ ਸੀ ਆਪਣੇ ਭਾਰਤ ਦੇਸ਼ ਵਿੱਚ ਸ਼ਾਮਲ ਕਰਨ ਲਈ, ਠੀਕ ਹੈ ਜੀ। ਉਸ ਦੇ ਵਿੱਚ ਜਿਹੜਾ 60%, ਜਿਵੇਂ ਪਹਿਲਾਂ ਵੀ ਦੱਸਿਆ ਤੁਹਾਨੂੰ ਮੈਂ, 60% ਸੀਗਾ ਜਿਹੜਾ ਉਹ ਆਪਾਂ ਲਿਆ ਸੀ ਭਾਰਤ ਸਰਕਾਰ ਅਧਿਨਿਯਮ ਤੋਂ। ਤੇ ਹੁਣ ਆਪਾਂ ਦੇਖਦੇ ਭਾਰਤ ਸਰਕਾਰ ਅਧਿਨਿਯਮ 1935 ਤੋਂ ਆਪਾਂ ਕੀ ਪ੍ਰਾਪਤ ਕਰਿਆ ਸੀ। ਮੈਂ ਸਿੱਧਾ ਲਿਖਾਂਗਾ 1935 ਐਕਟ ਤੋਂ, ਤੁਸੀਂ ਪੂਰਾ ਲਿਖ ਲਿਓ, ਭਾਰਤ ਸਰਕਾਰ ਐਕਟ 1935। ਇਹਦੇ ਵਿੱਚ ਪਹਿਲੇ ਨੰਬਰ ਤੇ ਆਪਾਂ ਲਿਆ ਸੀਗਾ ਸੰਘੀ ਪ੍ਰਣਾਲੀ, ਜਿਹੜੀ ਆਪਣੇ ਸੰਵਿਧਾਨ ਵਿੱਚ ਸੰਘੀ ਪ੍ਰਣਾਲੀ ਹੈ ਜੀ, ਉਹ ਆਪਾਂ ਕਿੱਥੋਂ ਅਡਾਪਟ ਕਰੀ ਸੀਗੀ, ਜਿਹੜਾ 1935 ਦਾ ਐਕਟ ਸੀ ਉੱਥੋਂ ਪ੍ਰਾਪਤ ਕਰੀ ਸੀਗੀ। ਇਸ ਦਾ ਸੰਘੀ ਪ੍ਰਣਾਲੀ ਦਾ ਅਰਥ ਕੀ ਹੁੰਦਾ ਹੈ? ਜਿੱਥੇ ਵੀ ਕੇਂਦਰ ਤੇ ਰਾਜ ਦੀਆਂ ਸ਼ਕਤੀਆਂ ਦੀ ਵੰਡ ਸੰਵਿਧਾਨ ਅਨੁਸਾਰ ਕੀਤੀ ਜਾਂਦੀ ਹੈ। ਸੰਵਿਧਾਨ ਦੇ ਵਿੱਚ ਕੇਂਦਰ ਤੇ ਰਾਜ ਦੀ ਸ਼ਕਤੀਆਂ ਦੀ ਵੰਡ ਕੀਤੀ ਜਾਂਦੀ ਹੈ, ਠੀਕ ਹੈ ਜੀ। ਤੇ ਉਸ ਨੂੰ ਆਪਾਂ ਕੀ ਕਹਿੰਦੇ, ਸੰਘੀ। ਇੱਕ ਕੇਂਦਰ ਦੀ ਸਰਕਾਰ ਹੁੰਦੀ ਹੈ, ਇੱਕ ਰਾਜ ਸਰਕਾਰ ਹੁੰਦੀ ਹੈ। ਕੇਂਦਰ ਆਪਣਾ ਪੂਰੇ ਦੇਸ਼ ਦੇ ਲੈਵਲ ਤੇ ਕਾਨੂੰਨ ਨਿਰਮਿਤ ਕਰਦੀ ਹੈ ਤੇ ਜਿਹੜੀ ਹੁੰਦੀ ਰਾਜ ਸਰਕਾਰ ਉਹ ਆਪਣੇ ਰਾਜ ਦੇ ਲੈਵਲ ਤੇ ਕਰਦੀ ਹੈ। ਤੇ ਇਹ ਸ਼ਕਤੀਆਂ ਦੀ ਵੰਡ ਸੰਵਿਧਾਨ ਦੁਆਰਾ ਕੇਂਦਰ ਤੇ ਰਾਜਾਂ ਦੇ ਵਿੱਚ ਕੀਤੀ ਜਾਂਦੀ ਹੈ, ਉਹਨੂੰ ਆਪਾਂ ਕਹਿੰਦੇ ਸੰਘੀ ਪ੍ਰਣਾਲੀ, ਠੀਕ ਹੈ ਜੀ। ਸੰਘੀ ਪ੍ਰਣਾਲੀ ਦਾ ਪ੍ਰਾਵਧਾਨ ਆਪਾਂ ਕਿੱਥੋਂ ਲਿਆ ਸੀਗਾ? ਭਾਰਤੀ ਸਰਕਾਰ ਐਕਟ 1935 ਤੋਂ ਜੀ। ਦੂਜਾ ਆਪਾਂ ਇਸ ਤੋਂ ਕੀ ਪ੍ਰਾਪਤ ਕਰਿਆ ਸੀਗਾ? ਸੈਕਿੰਡ ਕਰਿਆ ਸੀ ਆਪਾਂ ਰਾਜਪਾਲ ਜੀ, ਗਵਰਨਰ, ਰਾਜਪਾਲ ਜਾਂ ਗਵਰਨਰ ਕਹਿੰਦੇ ਜਿਹਨੂੰ ਆਪਾਂ। ਜਿਸ ਤਰ੍ਹਾਂ ਆਪਣੇ ਕੇਂਦਰ ਦੇ ਵਿੱਚ ਸਰਵਉੱਚ ਜੋ ਹੁੰਦੀ ਹੈ, ਆਪਣੀ ਸਰਵਉੱਚ ਜਿਹੜਾ ਪਹਿਲੇ ਆਪਣਾ ਨਾਗਰਿਕ ਮੰਨਿਆ ਜਾਂਦਾ ਰਾਸ਼ਟਰਪਤੀ, ਉਸੇ ਤਰ੍ਹਾਂ ਸਟੇਟ ਦਾ ਵੀ ਇੱਕ ਪਹਿਲਾ ਨਾਗਰਿਕ ਮੰਨਿਆ ਜਾਂਦਾ ਰਾਜਪਾਲ ਨੂੰ, ਜਿਸ ਦੀ ਕਿ ਆਪਣੇ ਕੇਂਦਰ ਸਰਕਾਰ ਦੁਆਰਾ ਲਾਇਆ ਜਾਂਦਾ ਉਹਨਾਂ ਨੂੰ। ਆਰਟੀਕਲ
153 ਦੇ ਤਹਿਤ 153 ਦੇ ਤਹਿਤ ਰਾਜਪਾਲ ਗਵਰਨਰ ਨੂੰ ਕੇਂਦਰ ਸਰਕਾਰ ਸਟੇਟ ਦੇ ਵਿੱਚ ਨਿਯੁਕਤ ਕਰਦੀ ਹੈ। ਇਹ ਕਿਸੇ ਇੱਕ ਰਾਜ ਦਾ ਇੱਕ ਗਵਰਨਰ ਵੀ ਹੋ ਸਕਦਾ ਤੇ ਕਿਸੇ ਦੇ ਇੱਕ ਤੋਂ ਵੱਧ ਵੀ, ਇੱਕ ਗਵਰਨਰ ਕੋਲ ਇੱਕ ਤੋਂ ਵੱਧ ਸਟੇਟ ਵੀ ਹੋ ਸਕਦੇ, 2 ਜਾਂ 3 ਵੀ ਹੋ ਸਕਦੇ ਆ। ਠੀਕ ਹੈ ਜੀ। ਇੱਕ ਆਪਾਂ ਰਾਜਪਾਲ ਦੀ ਜਿਹੜੀ ਪਦਵੀ ਪ੍ਰਾਪਤ ਕੀਤੀ ਕਿੱਥੋਂ ਕੀਤੀ ਸੀ? 1935 ਦੇ ਐਕਟ ਤੋਂ ਪ੍ਰਾਪਤ ਕੀਤੀ ਸੀ। ਨਿਆਂਪਾਲਿਕਾ ਜੀ, ਜਿਹੜਾ ਨਿਆਂਪਾਲਿਕਾ ਦਾ ਪ੍ਰਵਧਾਨ ਹੈ ਇਹ ਵੀ ਆਪਾਂ ਕਿੱਥੋਂ ਪ੍ਰਾਪਤ ਕੀਤਾ ਸੀਗਾ ਜੀ? ਇਹ ਵੀ ਆਪਾਂ 1935 ਦੇ ਐਕਟ ਤੋਂ ਹੀ ਪ੍ਰਾਪਤ ਕੀਤਾ ਸੀਗਾ। ਨਿਆਂਪਾਲਿਕਾ ਆਰਟੀਕਲ 124 ਤੋਂ, ਇਹ ਆਪਾਂ ਅੱਗੇ ਵਿਸਤਾਰ ਨਾਲ ਵੀ ਕਰਾਂਗੇ, ਇੱਥੇ ਤਾਂ ਆਪਾਂ ਬੇਸਿਕ ਵੈਸੇ ਹੀ ਦੱਸ ਰਹੇ। ਠੀਕ ਹੈ ਜੀ। ਆਰਟੀਕਲ 124 ਤੋਂ 147 ਦੇ ਦੌਰਾਨ ਨਿਆਂਪਾਲਿਕਾ ਦਾ ਜ਼ਿਕਰ ਹੈ ਆਪਣੇ ਸੰਵਿਧਾਨ ਦੇ ਵਿੱਚ ਹੀ। ਠੀਕ ਹੈ, ਜਿਹੜੀ ਆਪਣੇ ਕੇਂਦਰ ਲੈਵਲ ਤੇ ਨਿਆਂਪਾਲਿਕਾ ਉਹਦਾ। ਤੇ ਇਸ ਤੋਂ ਬਾਅਦ ਕੀਤਾ ਗਿਆ ਸੀ ਇੱਕ ਐਮਰਜੈਂਸੀ ਦਾ ਜੀ, ਜਿਹੜਾ ਆਪਾਂ ਐਮਰਜੈਂਸੀ ਦਾ ਲਿਆ, ਜੋ ਆਪਣੇ ਆਰਟੀਕਲ 352 ਤੋਂ 360 ਤੱਕ ਐਮਰਜੈਂਸੀ ਦਾ ਸ਼ਾਮਿਲ ਕੀਤਾ ਗਿਆ, ਐਮਰਜੈਂਸੀ ਦਾ ਪ੍ਰਬੰਧ ਕੀਤਾ ਗਿਆ। ਆਰਟੀਕਲ 352 ਤੋਂ 360 ਤੱਕ ਇਹ ਆਪਾਂ ਕਿੱਥੋਂ ਪ੍ਰਾਪਤ ਕੀਤਾ? ਇਹ ਵੀ ਆਪਾਂ 1935 ਦੇ ਐਕਟ ਤੋਂ ਪ੍ਰਾਪਤ ਕੀਤਾ ਹੈ। ਠੀਕ ਹੈ ਜੀ। ਇਹਦਾ ਇੱਕ ਹੋਰ ਕੁਐਸਚਨ ਬਣਦਾ ਹੁੰਦਾ ਕਿ ਆਪਾਂ ਜਿਵੇਂ ਕਹਿੰਦੇ ਵੀ ਇਹ ਜਰਮਨੀ ਤੋਂ, ਸ਼ਾਇਦ ਜਰਮਨੀ ਹੈਗੇ ਨੇ, ਪਰ ਇਹ ਐਮਰਜੈਂਸੀ ਦਾ ਆਪਾਂ ਕਿੱਥੋਂ ਕੀਤਾ? 1935 ਦੇ ਐਕਟ ਤੋਂ ਪ੍ਰਾਪਤ ਕੀਤਾ ਜੀ। ਇਹ ਆਪਾਂ ਇੰਨੀਆਂ ਚੀਜ਼ਾਂ, ਸੰਘੀ ਪ੍ਰਣਾਲੀ, ਰਾਜਪਾਲ ਗਵਰਨਰ ਆਰਟੀਕਲ 153, ਇਹ ਆਪਾਂ ਕੀਤਾ ਇਸ ਐਕਟ ਤੋਂ। ਨਿਆਂਪਾਲਿਕਾ ਤੇ ਐਮਰਜੈਂਸੀ ਆਪਾਂ ਕਿੱਥੋਂ ਪ੍ਰਾਪਤ ਕੀਤਾ? 1935 ਦੇ ਐਕਟ ਤੋਂ ਪ੍ਰਾਪਤ ਕਰੀ ਜੀ। ਇਸ ਤੋਂ ਅੱਗੇ ਆਪਾਂ ਪੜਾਂਗੇ ਬ੍ਰਿਟਿਸ਼ ਯੂਕੇ, ਬ੍ਰਿਟੇਨ ਦੇ ਜਿਹੜਾ ਆਪਣਾ ਬ੍ਰਿਟਿਸ਼ ਸੰਵਿਧਾਨ ਹੈ ਉਸ ਤੋਂ ਆਪਾਂ ਕੀ ਪ੍ਰਾਪਤ ਕੀਤਾ ਹੈ? ਬ੍ਰਿਟਿਸ਼ ਸੰਵਿਧਾਨ ਤੋਂ ਆਪਾਂ ਕੀ ਪ੍ਰਾਪਤ ਕੀਤਾ ਹੈ? ਕਿਹੜੇ ਸਰੋਤ ਪ੍ਰਾਪਤ ਕਰੇ ਇਸ ਤੋਂ? ਇਸ ਦੇ ਵਿੱਚ ਆਪਾਂ, ਕਿਉਂਕਿ ਇੰਨੇ ਜ਼ਿਆਦਾ ਫੈਕਟ ਹੋ ਜਾਂਦੇ ਯਾਦ ਕਰਨੇ ਔਖੇ ਹੋ ਜਾਂਦੇ, ਇਸ ਲਈ ਆਪਾਂ ਉੱਪਰ ਤੋਂ ਨੀਚੇ ਤੱਕ ਯਾਦ ਕਰਾਂਗੇ। ਮਤਲਬ ਕਿ ਜਿਵੇਂ ਆਪਣਾ ਪਹਿਲਾ ਨਾਮ ਰਾਸ਼ਟਰਪਤੀ ਹੈ ਉੱਥੋਂ ਸ਼ੁਰੂ ਕਰਕੇ ਨੀਚੇ ਤੱਕ ਆਵਾਂਗੇ। ਠੀਕ ਹੈ ਜੀ, ਜਿਸ ਨਾਲ ਕਿ ਆਪਾਂ ਨੂੰ ਯਾਦ ਕਰਨਾ ਸੌਖਾ ਹੋ ਜਾਏ। ਜਿਵੇਂ ਕਿ ਆਪਣਾ ਰਾਸ਼ਟਰਪਤੀ ਦੀ ਸ਼ੁਰੂਆਤ ਕਰਾਂਗੇ ਕਿ ਪਹਿਲਾਂ ਆਪਾਂ ਬ੍ਰਿਟਿਸ਼ ਸੰਵਿਧਾਨ ਤੋਂ ਪ੍ਰਾਪਤ ਕੀਤਾ ਕਿ ਰਾਸ਼ਟਰਪਤੀ ਨਾਮ ਮਾਤਰ ਦਾ ਮੁਖੀਆ। ਰਾਸ਼ਟਰਪਤੀ ਨਾਮ ਮਾਤਰ ਦਾ ਮੁਖੀਆ, ਨਾਮ ਮਾਤਰ ਦਾ ਮੁਖੀਆ। ਇਹ ਆਪਾਂ ਕਿੱਥੋਂ ਪ੍ਰਾਪਤ ਕਰਿਆ ਜੀ? ਬ੍ਰਿਟਿਸ਼ ਸੰਵਿਧਾਨ ਤੋਂ ਪ੍ਰਾਪਤ ਕਰਿਆ। ਨਾਮ ਮਾਤਰ ਦਾ ਅਰਥ ਕੀ ਹੋਇਆ? ਨਾਮ ਮਾਤਰ ਕੀ ਮਤਲਬ ਕਿ ਜਿਹੜਾ ਰਾਸ਼ਟਰਪਤੀ ਹੈ ਵੈਸੇ ਤਾਂ ਇਹ ਦੇਸ਼ ਦਾ ਪਹਿਲਾ ਨਾਗਰਿਕ ਹੁੰਦਾ ਤੇ ਇਸ ਰਾਸ਼ਟਰਪਤੀ ਦੇ ਨਾਮ ਤੇ ਹੀ ਸਾਰੀਆਂ ਸ਼ਕਤਾਂ ਦੀ ਵਰਤੋਂ ਕੀਤੀ ਜਾਂਦੀ ਹੈ। ਪਰ ਇਸ ਦੇ ਵਿੱਚ ਇਹ ਲਿਖਿਆ ਗਿਆ ਆਰਟੀਕਲ 74 ਦੇ ਵਿੱਚ ਲਿਖਿਆ ਗਿਆ ਜਿਵੇਂ ਕਿ ਰਾਸ਼ਟਰਪਤੀ ਆਪਣੀ ਸ਼ਕਤੀਆਂ ਦੀ ਵਰਤੋਂ ਪ੍ਰਧਾਨ ਮੰਤਰੀ ਤੇ ਉਸਦੇ ਮੰਤਰੀ ਮੰਡਲ ਦੀ ਸਲਾਹ ਤੇ ਹੀ ਕਰੇਗਾ। ਸਲਾਹ ਤੇ ਹੀ ਕਰੇਗਾ, ਮਤਲਬ ਉਸ ਤੋਂ ਬਿਨਾਂ ਨਹੀਂ ਕਰ ਸਕਦੇ। ਕੁਝ ਪਾਵਰਸ ਹੈ ਜੋ ਅਲੱਗ ਤੋਂ ਇਹਨਾਂ ਕੋਲ ਹੁੰਦੀਆਂ, ਪਰ ਜ਼ਿਆਦਾਤਰ ਮੋਸਟ ਆਫ ਇਹ ਜ਼ਿਆਦਾਤਰ ਰਾਸ਼ਟਰਪਤੀ ਪ੍ਰਧਾਨ ਮੰਤਰੀ ਦੇ ਮੰਤਰੀ ਮੰਡਲ ਦੀ ਸਲਾਹ ਤੇ ਹੀ ਕਰ ਸਕਦਾ ਹੁੰਦਾ ਕੰਮ, ਆਪਣੀ ਮਰਜ਼ੀ ਨਾਲ ਜ਼ਿਆਦਾਤਰ ਕੰਮ ਨਹੀਂ ਕਰ ਸਕਦਾ। ਇਸ ਤੋਂ ਇਹਨਾਂ ਨੂੰ ਨਾਮ ਮਾਤਰ ਦਾ ਕਿਹਾ ਜਾਂਦਾ। ਤੇ ਜਿਹੜਾ ਅਸਲੀ ਮੁਖੀ ਹੁੰਦਾ ਉਹ ਪ੍ਰਧਾਨ ਮੰਤਰੀ ਹੁੰਦਾ ਤੇ ਮੰਤਰੀ ਮੰਡਲ ਹੁੰਦਾ, ਕਿਉਂਕਿ ਉਹਨਾਂ ਦੁਆਰਾ ਹੀ ਕਾਰਜਕਾਰੀ ਕਾਰਜਪਾਲਿਕਾ ਦਾ ਕਾਰਜਕ੍ਰਮ ਸੰਭਾਲਿਆ ਜਾਂਦਾ, ਇਸ ਲਈ ਇਹਨਾਂ ਨੂੰ ਨਾਮ ਮਾਤਰ ਦਾ ਕਹਿੰਦਾ। ਤੇ ਰਾਸ਼ਟਰਪਤੀ ਨਾਮ ਮਾਤਰ ਦਾ ਮੁਖੀਆ ਹੁੰਦਾ। ਇਹ ਆਪਾਂ ਕਿੱਥੋਂ ਪ੍ਰਾਪਤ ਕਰਿਆ? ਬ੍ਰਿਟਿਸ਼ ਸੰਵਿਧਾਨ ਤੋਂ ਪ੍ਰਾਪਤ ਕਰਿਆ ਜੀ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਦਾ ਅਹੁਦਾ, ਪ੍ਰਧਾਨ ਮੰਤਰੀ ਦਾ ਅਹੁਦਾ ਆਰਟੀਕਲ ਕਿੰਨਾ ਹੁੰਦਾ? ਪ੍ਰਧਾਨ ਮੰਤਰੀ ਆਰਟੀਕਲ 74, ਆਰਟੀਕਲ 74 ਚ ਦਿੱਤਾ ਗਿਆ। ਜਿਵੇਂ ਪਹਿਲੇ ਦੱਸਿਆ ਵੀ ਰਾਸ਼ਟਰਪਤੀ ਮੰਤਰੀ ਮੰਡਲ ਤੇ ਆਪਣੇ ਪ੍ਰਧਾਨ ਮੰਤਰੀ ਸਲਾਹ ਤੇ ਹੀ ਕਾਰਜ ਕਰੇਗਾ, ਤੇ ਇਹ ਗੱਲ ਕਿੱਥੇ ਕਹੀ ਹੋਈ ਹੈ? ਆਰਟੀਕਲ 74 ਚ ਕਹੀ ਗਈ ਹੈ। ਤੇ ਪ੍ਰਧਾਨ ਮੰਤਰੀ ਦੇ ਅਹੁਦੇ ਬਾਰੇ ਵੀ ਸਿਰਫ ਆਰਟੀਕਲ 74 ਦੇ ਵਿੱਚ ਇਹਨਾਂ ਲਿਖਿਆ ਗਿਆ ਕਿ ਰਾਸ਼ਟਰਪਤੀ ਉਹਨਾਂ ਦੀ ਸਲਾਹ ਨਾਲ ਕਾਰਜ ਕਰੇਗਾ। ਠੀਕ ਹੈ ਜੀ। ਤੀਸਰਾ ਅੱਗੇ ਪੁਆਇੰਟ ਕਰਿਆ ਆਪਾਂ ਇਥੋਂ ਸਰਕਾਰ ਦਾ ਸੰਸਦੀ ਸਰੂਪ। ਪਹਿਲਾਂ ਆਪਾਂ ਕਰਿਆ ਸੰਘੀ ਸਰੂਪ, ਹੁਣ ਕਰਾਂਗੇ ਆਪਾਂ ਸੰਸਦੀ ਸਰੂਪ। ਸੰਸਦੀ ਸਰੂਪ ਕਿੱਥੋਂ ਪ੍ਰਾਪਤ ਕਰਿਆ ਆਪਾਂ? ਇਹ ਆਪਾਂ ਬ੍ਰਿਟਿਸ਼ ਸਰਕਾਰ ਤੋਂ। ਸੰਸਦੀ ਸਰੂਪ ਕੀ ਹੁੰਦਾ ਹੈ? ਜਿਸ ਵਿੱਚ ਕੀ ਉੱਪਰ ਵਾਲੇ ਦੋਨੋਂ ਚੀਜ਼ਾਂ ਆ ਜਾਣਗੀਆਂ। ਸੰਸਦੀ ਸਰੂਪ ਉਹ ਹੁੰਦਾ ਹੈ ਜਿੱਥੇ ਇੱਕ ਨਾਮ ਮਾਤਰ ਦੀ ਕਾਰਜਪਾਲਿਕਾ ਹੁੰਦੀ, ਇੱਕ ਅਸਲੀ ਕਾਰਜਪਾਲਿਕਾ ਹੁੰਦੀ ਹੈ, ਤੇ ਜਿਹੜੀ ਕਾਰਜਪਾਲਿਕਾ ਹੁੰਦੀ ਹੈ ਉਹ ਵਿਧਾਨਪਾਲਿਕਾ ਦੇ ਪ੍ਰਤੀ ਉੱਤਰਦਾਈ ਹੁੰਦੀ ਹੈ। ਅਰਥ ਕੀ? ਕਾਰਜਪਾਲਿਕਾ ਜੋ ਵੀ ਕਾਰਜ ਕਰੇਗੀ ਉਹ ਵਿਧਾਨਪਾਲਿਕਾ ਨੂੰ ਉਸਦਾ ਉੱਤਰ ਦੇਣਾ ਪਵੇਗਾ। ਠੀਕ ਹੈ। ਦੋ ਹੁੰਦੇ ਸੰਘੀ ਸੰਸਦੀ ਸਰੂਪ ਨੂੰ ਸਮਝਣ ਦੀ ਗੱਲ ਇਹ ਹੈਗੀ ਕਿ ਨਾਮ ਮਾਤਰ ਦੀ ਕਾਰਜਪਾਲਿਕਾ ਹੋਊਗੀ, ਇੱਕ ਅਸਲੀ ਕਾਰਜਪਾਲਿਕਾ ਹੋਊਗੀ, ਤੇ ਦੂਜਾ ਕੀ ਹੋਊਗਾ?
ਇੱਕ ਤਾਂ ਇੱਕ ਕਾਰਜਪਾਲਿਕਾ ਜਿਹੜੀ ਹੁੰਦੀ ਉਹ ਵਿਧਾਨ ਪਾਲਿਕਾ ਦੇ ਪ੍ਰਤੀ ਉੱਤਰਦਾਈ ਹੁੰਦੀ, ਉਹਨੂੰ ਕਹਿੰਦੇ ਆਪਾਂ ਸੰਸਦੀ ਸਰੂਪ ਕਹਿੰਦੇ ਕਿਸੇ ਵੀ ਸਰਕਾਰ ਦਾ। ਠੀਕ ਹੈ, ਇਹ ਆਪਾਂ ਲਿਆ ਸੀਗਾ ਬ੍ਰਿਟਿਸ਼ ਸੰਵਿਧਾਨ ਤੋਂ ਜੀ। ਇਸ ਤੋਂ ਅੱਗੇ ਹੈ ਜੀ ਆਪਣੀ ਵਿਧਾਨ ਪਾਲਿਕਾ, जो विधान का निर्माण करती है। विधान मतलब कानून, विधान पालिका कौन है जी कानून निर्माण करती है। विधानिक, विधान पालिका की विधानिक प्रक्रिया आप कितों लिया जी, ये भी आप ब्रिटिश कॉन्स्टिट्यूशन तो लिया। विधानिक प्रक्रिया ये भी आप ब्रिटिश संविधान तो लिया। ठीक है जी। उस तो बाद आ गया लोक सभा का स्पीकर। लोक सभा का स्पीकर जी, ये पदवी का भी आप कितों लिया स्रोत ब्रिटिश संविधान तो। लोक सभा स्पीकर की आर्टिकल 181 सॉरी आर्टिकल 93 आर्टिकल 93 तहत लोक सभा स्पीकर की पदवी नियुक्त की जाती है, जो कि आप ब्रिटिश संविधान तो प्राप्त किया है। अपने मौलिक अधिकार होंगे, मौलिक अधिकार हमने पढ़िया होगा या आप अगले चैप्टर च पढ़ांगे। जो मौलिक अधिकारों के आर्टिकल 32 रिट लगते हैं, 5 रिट होंगी जो सुप्रीम कोर्ट लाती है रिट्स। आर्टिकल 32 32 आर्टिकल 32 ये भी आप ब्रिटिश संविधान तो ही प्राप्त किया है, रिट का प्रवर्तन जी। अगे नागरिकता, अकैरी नागरिकता। भारत में अकैरी नागरिकता का प्रावधान है कि आपू भारत में सिर्फ अकैरी नागरिकता ही प्राप्त की जाती है। नागरिकता जी जिमें अमरीका है जी कि कोई भी व्यक्ति जो अमरीका का नागरिक है वो उतों की किसी स्टेट का नागरिक नहीं होता, मतलब कि दो ही नागरिकता होंगी है। पर भारत के जो भारत का नागरिक है वो सिर्फ भारत का नागरिक ही है, उसने किसी भी स्टेट की नागरिकता नहीं दी जाती, सिर्फ इकहरी नागरिकता की काम करता है। तो जेकर कोई भारतीय नागरिकता छड्ड किसी होर देश की नागरिकता को अडॉप्ट करता है तो उसनू भारत की नागरिकता छड्डनी पैंदी है, वो भारत का नागरिक नहीं रहिंदा। ठीक है जी। ये इन्ने सीगे 8 अपने सीगे 8 पॉइंट सीगे मोस्ट इंपोर्टेंट है, जो होर भी प्राप्त करे वैसे ये मोस्ट इंपोर्टेंट है जिन्हें आप ब्रिटिश संविधान तो प्राप्त करेंगे। इस तो बाद आ जाता अमरीकी संविधान जी। अमरीकी संविधान तो आप की प्राप्त किया है। पहले नंबर ते ना तो आप राष्ट्रपति तीनों सेनावां दा मुखी हुंदा है। राष्ट्रपति तीनों सेनावां दा मुखी हुंदा है। तीनों सेनावां दा मुखी कौन हुंदा है? राष्ट्रपति हुंदा है। दा मुखी राष्ट्रपति। ये आप अमेरिका तो लिया। तीनों सेनावां दा मतलब कि थल सेना, जल सेना ते वायु सेना, तीनों का चीफ कमांडर कौन हुंदा? राष्ट्रपति हुंदा। ये याद रखना है। ये भी याद रखना है कि तीनों सेनावां मुखी राष्ट्रपति हुंदा ते ये राष्ट्रपति का प्रावधान कितों लिया? अमरीकी संविधान तो लिया। ये भी याद रखना है, बहुत बार क्वेश्चन आया भी। इस तो अगे हैगा जिहड़ा अपने राष्ट्रपति ते महादोष की प्रक्रिया चलती है, जिस के तहत राष्ट्रपति को उसकी पदवी तो हटाया जा सकता है। महादोष जिन्होंने इंपीचमेंट कहते इंग्लिश के विच, वो भी आप अमरीकी संविधान से प्राप्त किया। राष्ट्रपति का राष्ट्रपति से महादोष चलाना। आर्टिकल 61 हाँ जी, आर्टिकल 61 आर्टिकल 61 तहत जिहड़ा राष्ट्रपति ते महादोष का प्रक्रिया चलाई जाती है, जिस दे तहत राष्ट्रपति हटाया जाता, वो भी आप अमेरिका तो ही प्राप्त किया है। इस तो बाद राष्ट्रपति नीचे आ जाओ, उपराष्ट्रपति। उपराष्ट्रपति चोन भी आप इत्थों ही प्राप्त करिए अमरीकी संविधान से। उपराष्ट्रपति की चोन जी, ठीक है जी, ये भी आप अमरीका तो ही प्राप्त करिए। आर्टिकल देख लो, आर्टिकल 66। जो आप इन्होंने बारे पढ़ांगे, जो आप उपराष्ट्रपति बारे पढ़ांगे विस्तारपूर्वक, उदों भी आप आर्टिकल दोनों एक्सप्लेन करके दसांगे। एक आप वैसे बेसिकली दस रहे हैं, जो तुम नोट करना तो कर भी सकते हो, जो नहीं करना तो कोई नहीं, बाद च भी कर लियो। जो आप टॉपिक में करांगे इससे रिलेटेड, जो राष्ट्रपति करांगे या उपराष्ट्रपति करांगे, आप उदों नोट कर लियो। न्यायपालिका ते कार्यपालिका तो वखरा होना, ये भी आप इत्थों ही लिया जी। न्यायपालिका ते
कार्यपालिका का ਵੱਖਰਾ होना, मतलब कि कार्यपालिका ते विधानपालिका न्यायपालिका दोनों एक दूजे दे इकट्ठियां नहीं काम करदियां, अलग अलग करनियां। क्योंकि जे कार्यपालिका भी न्यायपालिका के कामों में इंटरफेयर करूगी या न्यायपालिका कार्यपालिका के कामों में इंटरफेयर करूगी तो इस नाल प्रशासनिक ढांचे में दिक्कत आएगी। क्योंकि जे मान लो भी कार्यपालिका प्रधानमंत्री न्यायपालिका दिक्कत दे रहा है तो फिर लोगों को न्याय नहीं मिलेगा। इस ते मतलब ऊपर एक तलवार वाली गल हो जाती है ना, इसलिए इन्हों वखरा किया गया। ये प्रावधान आप भी ये जो आप अमरीकी संविधान के स्रोत तो ही प्राप्त किया, न्यायपालिका की कार्यपालिका वखरा होना, इन्हों डिफरेंट होना। ठीक है जी। पिछे आप कराया भी न्यायपालिका का आप ब्रिटिश उस तो ब्रिटिश जो भारत एक्ट आया उस तो प्राप्त किया, पर इतने न्यायपालिका की स्वतंत्रता जो है, जिवें हम आप गल करिए न्यायपालिका ते कार्यपालिका वखरियां होणियां, उस तरह न्यायपालिका की स्वतंत्रता जी याद रखने कला न्यायपालिका न्यायपालिका कितों प्राप्त किया तो होगा भारत सरकार एक्ट 1935 आऊगा उसका आंसर। पर जो न्यायपालिका की स्वतंत्रता प्राप्त का क्वेश्चन आ गया ये कितों प्राप्त करे भी न्यायपालिका स्वतंत्रता पूर्व काम करूगी, ये कितों प्राप्त करे, ये आप अमरीकी संविधान तो प्राप्त करे जी। ठीक है जी। न्यायपालिका स्वतंत्रता ते नाले सर्वोच्चता सर्वोच्च होगी। अगे इस तो जिहड़े अपने सुप्रीम कोर्ट ते हाई कोर्ट के जजां की सिलेक्शन, हाई कोर्ट जो जजेस की जो सिलेक्शन होती है, चोन होती है, जजां की चोन वो भी आप अमरीका तो ही प्राप्त किया। ठीक है जी। सब तो पहला प्रस्तावना लागू करने वाला देश सीगा अमरीका ही सीगा। 1799 के विच अमरीका का संविधान लागू होया, उन्होंने प्रस्तावना यूज किया ते प्रस्तावना नूं भारतीय संविधान विच वरतना दा आइडिया भी अपने को कित्थों आया सीगा, अमरीकी संविधान तो ही आया सीगा। मतलब आप कह सकते हैं कि प्रस्तावना का मूल रूप जो पता प्राप्त किया, प्रस्तावना का मूल रूप की प्राप्त कित्थों की सी, मूल रूप ये भी आप अमरीकी संविधान तो प्राप्त करी सी। बाकी लिखती संविधान ये भी आप अमरीका तो प्राप्त किया। बेसिकली ये क्वेश्चन नहीं आऊगा इन्हों तो। लिखती संविधान हो गया, मौलिक हाँ ये इंपॉर्टेंट है जी। जिवें आप रिट इतों प्राप्त करे तो मौलिक अधिकार जिहड़े हैगे अपने शामिल है वो भी आप इतों ही प्राप्त करें। मौलिक अधिकार सॉरी रिट जिहड़े आप प्राप्त करे वो ब्रिटिश संविधान तो प्राप्त करे, पर मौलिक अधिकार जिहड़े हैगे वो प्राप्त करे आप अमरीकी संविधान तो प्राप्त करे। रिट जिहड़े करे प्राप्त आप ब्रिटिश सरकार तो करे, ब्रिटिश संविधान तो करे, पर मौलिक अधिकारों का प्रावधान आप कितों प्राप्त करे, अमरीकी संविधान तो प्राप्त करे। चलो जी अगे देखते हैं, अमरीका के भी हो गए पॉइंट जी। तीसरा होगा कनेडियन संविधान। आप इंपॉर्टेंट देखांगे कनेडियन संविधान। इन्हों तो आप 2-3 पॉइंट ही प्राप्त करेंगे अपने। पहला ऊपर उम्मीद चलांगे आप उससे सीक्वेंस की। सुप्रीम कोर्ट का एक सलाहकारी खेत्र होता है, जो ये सुप्रीम कोर्ट का सलाहकारी खेत्र। सलाहकारी खेत्र की होता मतलब कि राष्ट्रपति है जो या अपनी कार्यपालिका है वो सुप्रीम कोर्ट तो किसी भी तरह के जे कोई कानूनी या लॉ ऑर्डर को लैके कोई गल फसदी है तो वो सलाह लै सकती है। ये सुप्रीम कोर्ट का सलाहकारी खेत्र जो है ये आप कितों प्राप्त करें, कनेडा के संविधान तो प्राप्त करें, कनेडियन कॉन्स्टिट्यूशन तो प्राप्त किया जी। आप सैकेंड करें जी आप इन्हों तो राजपाल का जोड़ा सी आप राजपाल की जी पदवी प्राप्त करी सी, वो तो आप पढ़ी थी भारत सरकार एक्ट 1935 तो। पर इसकी नियुक्ति किवें होगी, नियुक्ति केंद्र करेगा जी, कौन करेगा, इसका आप कितों प्राप्त करें, कनेडियन संविधान तो प्राप्त करें राजपाल की नियुक्ति। जे कला इस क्वेश्चन आवे भी राजपाल का आप जो भी राजपाल की पदवी होगी ये कितों प्राप्त करें, तो करें आप भारत सरकार एक्ट 1935 तो प्राप्त करें। तो जे उत्थे आउंदा राजपाल की नियुक्ति तो कितों प्राप्त करें, वो आप कनेडियन संविधान तो प्राप्त करें जी। ठीक है। थर्ड आऊगा जी
ਸੰਘੀ ਢਾਂਚਾ ਆਪਾਂ ਕਿੱਥੋਂ ਪ੍ਰਾਪਤ ਕਰਿਆ? ਸੰਘੀ ਢਾਂਚਾ ਆਪਾਂ ਕਿੱਥੋਂ ਪ੍ਰਾਪਤ ਕਰਿਆ ਸੀਗਾ? ਸੰਘੀ ਢਾਂਚਾ ਇਹ ਵੀ ਆਪਾਂ ਭਾਰਤ ਸਰਕਾਰ ਅਧੀਨ ਪ੍ਰਾਪਤ ਕੀਤਾ ਸੀਗਾ, ਪਰ ਸੰਘੀ ਢਾਂਚਾ ਭਾਰਤ ਦੇ ਵਿੱਚ ਜ਼ਿਆਦਾਤਰ ਕੇਂਦਰ ਵਿੱਚ ਮਜ਼ਬੂਤ ਹੈ। ਕੇਂਦਰ ਦੀ ਕੇਂਦਰ ਮਜ਼ਬੂਤੀ ਕੇਂਦਰ ਦੀ ਮਜ਼ਬੂਤੀ ਇਹ ਆਪਾਂ ਕੈਨੇਡਾ ਤੋਂ ਪ੍ਰਾਪਤ ਕਰੀ। ਸੰਘੀ ਢਾਂਚਾ ਜਿਹੜਾ ਹੈ ਇਹ ਆਪਾਂ ਕਰਿਆ ਭਾਰਤ ਸਰਕਾਰ ਐਕਟ 1935 ਤੋਂ, ਪਰ ਜਿਹੜਾ ਸੰਘ ਕੇਂਦਰ ਦੀ ਵੱਧ ਮਜ਼ਬੂਤੀ ਹੋ ਗਈ ਇਹ ਆਪਾਂ ਕੈਨੇਡੀਅਨ ਸੰਵਿਧਾਨ ਤੋਂ ਪ੍ਰਾਪਤ ਕੀਤਾ ਜੀ। ਲਾਸਟ ਇਹਦੇ ਜਿਹੜੀਆਂ ਇੱਕ ਤਾਂ ਆਪਾਂ ਪਹਿਲਾਂ 3 ਤਰ੍ਹਾਂ ਦੀ ਸ਼ਕਤੀਆਂ ਤੇ ਆਪਾਂ ਜਿਹੜੀਆਂ 246 ਆਰਟੀਕਲ ਦੇ ਤਹਿਤ 3 ਤਰ੍ਹਾਂ ਦੀਆਂ ਸੂਚੀਆਂ ਹੁੰਦੀਆਂ ਹੈਗੀਆਂ, ਉਸ ਵਿੱਚ ਜਿਹੜੇ ਅਜਿਹੇ ਕੰਮ ਹੁੰਦੇ ਜਿਹੜੇ ਕਿ ਤਿੰਨੋਂ ਸੂਚੀਆਂ ਦੇ ਵਿੱਚ ਕਿਸੇ ਸੂਚੀ ਨਹੀਂ ਆਉਂਦੇ, ਜਿਹਨਾਂ ਨੂੰ ਕਿ ਆਪਾਂ ਅਵਸ਼ਿਸ਼ਟ ਵਿਸ਼ੇ ਕਹਿੰਦੇ ਹਾਂ ਜਾਂ ਬਾਕੀ ਬਚੀਆਂ ਹੋਈਆਂ ਸ਼ਕਤੀਆਂ ਜਿਹਨੂੰ ਕਹਿੰਦੇ ਹਾਂ। ਬਾਕੀ ਬਚੀਆਂ ਹੋਈਆਂ ਸ਼ਕਤੀਆਂ ਦੀ ਵਰਤੋਂ ਕੇਂਦਰ ਕਰੇਗਾ। ਇਹ ਆਪਾਂ ਕਿੱਥੋਂ ਕਰਾਇਆ? ਇਹ ਆਪਾਂ ਲਿਆ ਕੈਨੇਡੀਅਨ ਸੰਵਿਧਾਨ ਤੋਂ। ਠੀਕ ਹੈ, ਇਹ 4 ਪੁਆਇੰਟ ਹੀ ਹੈਗੇ ਇਹਨਾਂ ਦੇ। ਇੱਕ ਤਾਂ ਸੁਪਰੀਮ ਕੋਰਟ ਦਾ ਸਲਾਹਕਾਰੀ ਖੇਤਰ, ਸੈਕੰਡ ਰਾਜਪਾਲ ਦੀ ਨਿਯੁਕਤੀ, ਫਿਰ ਸੰਘੀ ਢਾਂਚੇ ਵਿੱਚ ਕੇਂਦਰ ਮਜ਼ਬੂਤ ਤੇ ਆਪਣਾ ਬਾਕੀ ਬਚੀਆਂ ਸ਼ਕਤੀਆਂ ਕੇਂਦਰ ਦੇ ਹੱਕ 'ਚ ਹੋਣਗੀਆਂ ਵੀ ਉਹਨਾਂ ਤੇ ਕਾਨੂੰਨ ਕੌਣ ਬਣਾਵੇਗਾ? ਕੇਂਦਰ ਬਣਾਵੇਗਾ। ਫਿਰ ਆਪਣਾ ਅੱਗੇ ਆ ਗਿਆ ਆਸਟ੍ਰੇਲੀਅਨ ਸੰਵਿਧਾਨ। ਆਸਟ੍ਰੇਲੀਅਨ ਸੰਵਿਧਾਨ ਇਹਨਾਂ ਤੋਂ ਆਪਾਂ ਕੀ ਪ੍ਰਾਪਤ ਕੀਤਾ ਜੀ? ਇੱਕ ਤਾਂ ਜੋ ਤੀਸਰੀ ਸੂਚੀ ਆਪਣੀ ਸਮਵਰਤੀ ਸੂਚੀ, ਇਹ ਸਾਰੀ ਸੂਚੀਆਂ ਜੋ ਕਿ ਤੁਹਾਨੂੰ ਸ਼ਾਇਦ ਨਾ ਕੁਝ ਬੱਚਿਆਂ ਨੂੰ ਨਾ ਸਮਝ ਆ ਰਹੀਆਂ ਆਪਾਂ ਅੱਗੇ ਸਭ ਪੜਾਂਗੇ, ਇੱਕ ਵਾਰੀ ਆਪਾਂ ਸਿਰਫ ਸਰੋਤ ਕਰ ਰਹੇ ਹਾਂ। ਸਮਵਰਤੀ ਸੂਚੀ ਜੋ ਕਿ ਆਰਟੀਕਲ 246 ਦੇ 3 ਕ੍ਰੋਸ 'ਚ ਆਉਂਦੀ ਹੈ, ਇਹ ਆਪਾਂ ਪ੍ਰਾਪਤ ਕਰੀਏ ਆਸਟ੍ਰੇਲੀਆ ਤੋਂ। ਇੱਕ ਆਰਟੀਕਲ 108 ਦੇ ਤਹਿਤ ਸੰਯੁਕਤ ਬੈਠਕ ਹੁੰਦੀ ਹੈ, ਸੰਯੁਕਤ ਬੈਠਕ ਇਹਨਾਂ ਦੀ ਰਾਜ ਸਭਾ ਤੇ ਲੋਕ ਸਭਾ ਦੀ, ਰਾਜ ਸਭਾ ਪਲਸ ਲੋਕ ਸਭਾ ਦੀ ਸੰਯੁਕਤ ਬੈਠਕ ਹੋਵੇਗੀ। ਇਹ ਕਿਉਂ? ਜੇ ਕਈ ਵਾਰੀ ਨਾ ਕੋਈ ਇਹੋ ਜਿਹਾ ਕਾਨੂੰਨ ਹੁੰਦਾ ਜਿਨ੍ਹਾਂ ਤੇ ਰਾਜ ਸਭਾ ਤੇ ਲੋਕ ਸਭਾ ਦੋਨਾਂ ਦੇ ਵਿੱਚ ਵਿਰੋਧ ਹੋ ਜਾਂਦਾ, ਤਾਂ ਉਦੋਂ ਦੋਨਾਂ ਦੀ ਸੰਯੁਕਤ ਬੈਠਕ ਬੁਲਾਈ ਜਾਵੇਗੀ। ਆਰਟੀਕਲ 108 ਦੇ ਵਿੱਚ ਆਪਣੇ ਡਿਸਕ੍ਰਾਈਬਡ ਹੈ ਆਪਣੇ ਕਨਸਟੀਟਿਊਸ਼ਨ 'ਚ। ਇਹ ਆਪਾਂ ਲਿਆ ਆਸਟ੍ਰੇਲੀਆ ਦੇ ਸੰਵਿਧਾਨ ਤੋਂ ਪ੍ਰਾਪਤ ਕਰਿਆ। ਇਹਨਾਂ ਆਸਟ੍ਰੇਲੀਆ ਤੋਂ ਆਪਾਂ 2 ਹੀ ਇੰਪੋਰਟੈਂਟ ਹੈ। ਇਸ ਤੋਂ ਅੱਗੇ ਆਪਾਂ ਕਰਾਂਗੇ ਜੀ ਤੀਸਰਾ, 5ਵਾਂ 5th ਕਰਾਂਗੇ ਆਇਰਿਸ਼ ਸੰਵਿਧਾਨ। आयरिश मतलब कि आयरलैंड का, आयरिश कॉन्स्टिट्यूशन, आयरिश संविधान, आयरलैंड। ठीक है जी। आयरलैंड तो सब तो पहले तो मोस्ट इंपोर्टेंट DPSP राज नीति निर्देशक तत्व ਜਿਹੜੀ ਕਿ ਆਪਾਂ ਆਇਰਲੈਂਡ ਦੇ ਸੰਵਿਧਾਨ ਤੋਂ ਪ੍ਰਾਪਤ ਕਰਿਆ, ਉਹਨਾਂ ਨੇ ਅੱਗੇ ਸਪੇਨ ਤੋਂ ਪ੍ਰਾਪਤ ਕਰੇ ਸੀਗੇ ਉਸ ਤੋਂ ਪਹਿਲੇ। ਸੈਕੰਡ, ਰਾਸ਼ਟਰਪਤੀ ਦੀ ਚੋਣ ਪ੍ਰਕਿਰਿਆ, ਰਾਸ਼ਟਰਪਤੀ ਦੀ ਚੋਣ ਪ੍ਰਕਿਰਿਆ ਆਪਾਂ ਪ੍ਰਾਪਤ ਕਰੀਏ ਇੱਥੋਂ ਹੀ ਵੀ ਰਾਸ਼ਟਰਪਤੀ ਨੂੰ ਕਿਸ ਤਰ੍ਹਾਂ ਚੁਣਿਆ ਜਾਵੇਗਾ, ਉਹਦੀ ਕੀ ਚੋਣ ਪ੍ਰਕਿਰਿਆ ਹੋਗੀ, ਉਹ ਆਪਾਂ ਆਇਰਲੈਂਡ ਤੋਂ ਪ੍ਰਾਪਤ ਕੀਤਾ ਹੈ। ਤੇ ਜਿਹੜੇ ਆਪਣੇ ਨੋਮੀਨੇਟ ਮੈਂਬਰ ਹੁੰਦੇ ਆ, ਨਾਮਾਂਕਿਤ ਨੋਮੀਨੇਟ ਮੈਂਬਰ, ਇੱਥੋਂ ਦੇ ਨੋਮੀਨੇਟ ਮੈਂਬਰ ਰਾਜ ਸਭਾ ਦੇ, ਰਾਜ ਸਭਾ ਦੇ ਨੋਮੀਨੇਟ ਮੈਂਬਰਾਂ ਦੀ ਸਿਲੈਕਸ਼ਨ ਕਿਵੇਂ ਹੋਵੇਗੀ, ਇਹ ਵੀ ਆਪਾਂ ਆਇਰਿਸ਼ ਕਨਸਟੀਟਿਊਸ਼ਨ ਤੋਂ ਪ੍ਰਾਪਤ ਕੀਤਾ। ਇਹਨਾਂ ਤੋਂ ਆਪਾਂ ਹੀ 3 ਹੀ ਕਰੇ ਗਏ, ਇੱਕ ਤਾਂ DPSP ਰਾਸ਼ਟਰਪਤੀ ਚੋਣ ਪ੍ਰਕਿਰਿਆ ਤੇ ਇੱਕ ਨੋਮੀਨੇਟ ਮੈਂਬਰ ਆਫ ਰਾਜ ਸਭਾ। ਇਹ 3 ਪ੍ਰੋਗਰਾਮ ਆਪਾਂ ਕਿੱਥੋਂ ਲਿਆ? ਆਇਰਿਸ਼ ਸੰਵਿਧਾਨ ਤੋਂ ਲਏ ਜੀ। ਅੱਗੇ ਜੀ ਰੂਸ, ਰਸ਼ੀਆ ਤੋਂ। ਰਸ਼ੀਆ ਤੋਂ ਆਪਾਂ ਕੀ ਲਿਆ ਜੀ? ਰਸ਼ੀਆ ਦੇ ਸੰਵਿਧਾਨ ਤੋਂ ਮੌਲਿਕ ਕਰਤੱਵ ਜੋ ਕਿ ਪਹਿਲਾਂ ਸ਼ਾਮਲ ਨਹੀਂ ਸੀ, ਬਾਅਦ 'ਚ ਯਾਦ ਆਇਆ ਆਪਾਂ ਨੂੰ। ਆਰਟੀਕਲ 52 'ਚ ਹੈ, ਇਹ ਆਪਾਂ ਲਿਆ ਰਸ਼ੀਆ ਤੋਂ। ਸੋਵੀਅਤ ਸੰਘ ਤੋਂ ਲਿਆ ਜੀ। ਪ੍ਰਸਤਾਵਨਾ ਜੋ ਵਰਡ ਹੈ ਆਪਣੇ, ਪ੍ਰਸਤਾਵਨਾ ਦੇ ਕੁਝ ਵਰਡ ਲਏ ਆਪਾਂ।
ਪ੍ਰਸਤਾਵਨਾ ਦੇ ਆਪਾਂ ਕੁਝ ਵਰਡ ਲਏ ਆ ਆਪਣਾ ਜਿਵੇਂ ਸਮਾਜਿਕ ਨਿਆਂ ਦੇ ਸੰਬੰਧਿਤ ਹੈਗੇ ਆ ਜੀ, ਸਮਾਜਿਕ ਆਰਥਿਕ ਤੇ ਰਾਜਨੀਤਿਕ ਨਿਆਂ, ਸਮਾਜਿਕ ਆਰਥਿਕ ਤੇ ਰਾਜਨੀਤਿਕ ਨਿਆਂ। ਇਹ ਵੀ ਆਪਾਂ ਇਹ ਸ਼ਬਦ ਆ ਜਿਹੜੇ ਇਹ ਸ਼ਬਦ ਆਪਾਂ ਕਿੱਥੋਂ ਲਏ ਜੀ, ਪ੍ਰੀਸ਼ਦ ਤੋਂ ਪ੍ਰਾਪਤ ਕਰੇ। बस इन्होंने दो ही इंपॉर्टेंट इफेक्ट, एक तो मौलिक कर्तव्य ले है जिहड़े कि अपने भारतीय संविधान के 52 ए आर्टिकल शामिल है, प्रस्तावना ली है जिसमें समाजिक आर्थिक ते राजनीतिक न्याय दे शब्द आपां ऐड ऑन कीते अपने संविधान की प्रस्तावना दे विच। रशिया तो हो गया जी। अगे आपां करांगे जर्मनी जी। जर्मनी तो की आपां प्राप्त कीता, जर्मनी के संविधान तो की प्राप्त कीता। एमरजेंसी का प्रावधान आप कितों प्राप्त करा सी, भारत सरकार एक्ट 1935 तो। पर एमरजेंसी के दौरान जिहड़े अपने मौलिक कर्तव्य सस्पेंड किए जाते हैं कुछ समय लिए, एमरजेंसी दौरान एमरजेंसी के समय जिहड़े अपने मौलिक अधिकार है कुछ समय लिए सस्पेंड किए जाते हैं। जो तक एमरजेंसी चलती है कुछ समय लिए राष्ट्रपति भी सस्पेंड कर सकता है, कुछ ऑटोमैटिक भी सस्पेंड होंगे। ये आप जो एमरजेंसी का टॉपिक करांगे उदों कवर करांगे कि कुछ समय लिए सस्पेंड होंगे, जो सस्पेंड हो जाते हैं। ये जिहड़े एमरजेंसी दौरान अपने मौलिक अधिकार जिहड़े सस्पेंड किए जाते हैं, ये आप जर्मनी तो लिया जी प्रोविजन। ये आप कितों लिया जी, जर्मनी तो लिया। इस जर्मनी तो अपना एक ही इंपोर्टेंट फैक्ट है, ज़्यादातर इस तो बाद नहीं आता है। तो फ्रांस तो इस तो बाद की प्राप्त करा आप लास्ट अपना है जी फ्रांस। फ्रांस तो आप शब्द ही प्राप्त करे, 3-4 शब्द प्राप्त करे इन्होंने तो आप जिन्होंने आप अपनी प्रस्तावना के यूज किया है। गणराज हो गया, जिमें गणराज शब्द लिया आप जी कितों, फ्रांस तो। एक आप लिया जी स्वतंत्रता, समानता, एक लिया अपना भाईचारा। भाईचारा शब्द जोड़ा कि अपना बाद ऐड करे थे 3 शब्द। ये 3 शब्द कद बात करी सी जो अपना 42वीं सोध की 1976 उदों ये 3 शब्द अपने संविधान की प्रस्तावना ऐड किए गए थे। ले कितों आप फ्रांस के संविधान तो आप प्राप्त करे जी। तो एक शब्द फ्रांस की क्रांति जी हुई सी 1799 फ्रांस की क्रांति हुई सी, 1789 फ्रांसिस क्रांति हुई सी। उदों ये तीनों शब्द ज़्यादा हाईलाइट हुए थे पहुँच आए थे, जिस तो बाद फ्रांस ने इन्होंने शामिल किया। फ्रांस तो ही आप तीनों शब्द लैके 42वीं शोध मुताबिक 1976 अपने संविधान के शामिल किए। एक अपना रह गया दक्षिणी अफ्रीका, लास्ट एज इस तो बाद दक्षिणी अफ्रीका। दक्षिणी अफ्रीका जी, दक्षिणी अफ्रीका तो पर जी 368 संविधान की सोध जो कि अपने संविधान के 368 में शामिल है, आर्टिकल 368 में शामिल की गई है। संविधान के कुछ भी ऐड करना है, घटाना है, तो कुछ भी करना है वो संवैधानिक सोध मुताबिक होगा। जी अगे 3 प्रकार की होंगी है वो आप अगे पढ़ांगे। संविधान की सोध बारे जो प्रावधान है, प्रोविजन है जो अपने 368 आर्टिकल है उसनों आप दक्षिणी अफ्रीका तो प्राप्त किया है। जिवें आप पहले नॉमिनेट मैंबर देखे थे राज्य सभा के, उस तरह इलैक्टेड मैंबर होंगे जिहड़े कि राज्य सभा के इलैक्टेड मैंबर किवें चुने जाएंगे, चुनाव मैंबर सॉरी इलैक्टेड मैंबर की मैंबर्स की चोण किवें होगी वो आप लिया दक्षिणी अफ्रीका के संविधान तो प्राप्त किया जी। इन्ने अपने 8 देशों के फैक्ट ही ज़्यादा इंपॉर्टेंट है जो कि बार बार रिपीटेशन के अपने लगातार पेपर्स एग्जाम के आते रहते हैं। मास्टर कैडर के लिए ज़्यादा इंपॉर्टेंट नहीं है, पर जो लो लेवल के एग्जाम है जो स्टेट एग्जाम दे गए उन्होंने वेरी इंपॉर्टेंट है। इन्होंने बस तुम 2-3 बार रिविजन करनी है, एक बार बस माइंड के अपने थोड़ा जहा
ਅਮੇਜ਼ ਜੀ ਬਣ ਜਾਵੇ, ਉਸ ਦੇ ਨਾਲ ਹੋ ਜਾਊਗਾ ਆਪਣਾ ਕੁਐਸਚਨ ਆਪੇ ਅਟੈਂਪਟ ਹੋ ਜਾਂਦਾ ਪੇਪਰ ਦੇ ਵਿੱਚ। ਠੀਕ ਹੈ ਜੀ, ਚਲੋ ਅਗਲਾ ਟੌਪਿਕ ਕਰਾਂਗੇ ਆਪਾਂ ਨੈਕਸਟ ਕਲਾਸ ਦੇ ਵਿੱਚ। ਥੈਂਕ ਯੂ।